ਸਪਤ ਸਲੋਕੀ ਗੀਤਾ ਦੇ ਅਰਥ। ਭਾਈ ਬਾਲੇ ਨੇ ਕਿਹਾ, ਗੁਰੂ ਜੀ, ਇਸ ਤਰ੍ਹਾਂ ਗੋਪਾਲ ਪਾਂਧੇ ਨੂੰ ਉਪਦੇਸ਼ ਦੁਆਰਾ ਨਿਹਾਲ ਕਰਕੇ ਜਦ ਸਤਿਗੁਰੂ ਜੀ ਸੁਭਾਵਕ ਹੀ ਸੰਧਿਆ ਤੋਂ ਪਹਿਲਾਂ ਹੀ ਘਰ ਆ ਗਏ ਤਾਂ ਮਾਤਾ ਤ੍ਰਿਪਤਾ ਜੀ ਨੇ ਪੁੱਛਿਆ, ਪੁੱਤਰ ਅੱਜ ਸਵੇਰੇ ਹੀ ਘਰ ਆ ਗਏ ਹੋ? ਮਨ ਲਾ ਕੇ ਪੜ੍ਹਿਆ ਕਰੋ, ਨਹੀਂ ਤਾਂ ਤੇਰੇ ਪਿਤਾ ਜੀ ਗੁੱਸੇ ਹੋਣਗੇ। ਖੇਡਣ ਵਿੱਚ ਸਮਾਂ ਨਾ ਬਿਤਾਇਆ ਕਰੋ ਅਤੇ ਪਾਠਸ਼ਾਲਾ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਘਰ ਨਾ ਆਇਆ ਕਰੋ। ਮਾਤਾ ਜੀ ਦੇ ਇਹ ਬਚਨ ਸੁਣ ਕੇ ਗੁਰੂ ਜੀ ਨੇ ਅੱਖਾਂ ਨੀਵੀਆਂ ਕਰ ਲਈਆਂ ਅਤੇ ਬੱਚਿਆਂ ਵਾਂਗੂ ਧਰਤੀ ਖੋਤਰਨ ਲੱਗ ਪਏ। ਮਾਤਾ ਜੀ ਨੇ ਪਿਆਰ ਕਰਕੇ ਕਿਹਾ, ਚਿੱਤ ਲਾ ਕੇ ਪੜ੍ਹਿਆ ਕਰੋ, ਹੋਰ ਸੋਹਣੇ ਸੋਹਣੇ ਗਹਿਣੇ ਕਢਵਾ ਦਿਆਂਗੀ ਅਤੇ ਸੋਹਣੇ ਕੱਪੜੇ ਵੀ ਸਵਾ ਦਿਆਂਗੀ। ਹੁਣ ਜੇ ਇਸ ਉਮਰ ਵਿੱਚ ਗੌਰ ਕਰਕੇ ਪੜ੍ਹ ਲਓਗੇ ਤਾਂ ਅੱਗੇ ਸਿਆਣੇ ਹੋ ਕੇ ਤੇਰੇ ਕੰਮ ਆਏਗਾ। ਜਦ ਸੰਧਿਆ ਹੋਈ ਮਹਿਤਾ ਕਾਲੂ ਜੀ ਘਰ ਆਏ ਤਾਂ ਉਹਨਾਂ ਨੇ ਪਿਆਰ ਨਾਲ ਗੁਰੂ ਜੀ ਨੂੰ ਗੱਲ ਨਾਲ ਲਾਇਆ ਅਤੇ ਪਲੰਘ ਤੇ ਬੈਠ ਕੇ ਆਖਿਆ ਕਿ ਅੱਜ ਜੋ ਪੜ੍ਹਿਆ ਹੈ ਉਹ ਮੈਨੂੰ ਸੁਣਾਓ। ਪਾਂਧਾ ਤੈਨੂੰ ਕਿਸ ਤਰ੍ਹਾਂ ਚੰਗਾ ਪੜ੍ਹਾਉਂਦਾ ਹੈ, ਮੈਨੂੰ ਪੜ੍ਹ ਕੇ ਸੁਣਾ। ਪਿਤਾ ਜੀ ਦੇ ਇਹ ਪਿਆਰ ਭਰੇ ਬਚਨ ਸੁਣ ਕੇ ਗੁਰੂ ਜੀ ਨੇ ਕੁਝ ਪਹਾੜੇ ਪੜ੍ਹ ਕੇ ਸੁਣਾਏ। ਇੰਨੇ ਚਿਰ ਨੂੰ ਕੁਝ ਖੇਡਣ ਵਾਲੇ ਬਾਲਕ ਆ ਗਏ ਅਤੇ ਗੁਰੂ ਜੀ ਉੱਠ ਕੇ ਉਹਨਾਂ ਨਾਲ ਖੇਡਣ ਚਲੇ ਗਏ। ਚੰਦ ਦੀ ਚਾਂਦਨੀ ਵਿੱਚ ਸਾਰੇ ਬਾਲਕ ਗਲੀਆਂ ਵਿੱਚ ਖੇਡਣ ਲੱਗ ਪਏ। ਗੁਰੂ ਜੀ ਬਾਲਕਾਂ ਨਾਲ ਭਗਤੀ ਭਾਵ ਦੀਆਂ ਗੱਲਾਂ ਕਰਦੇ ਸਨ, ਜਿਨ੍ਹਾਂ ਨੂੰ ਪ੍ਰੇਮ ਨਾਲ ਸੁਣ ਕੇ ਬਾਲਕ ਬੜੇ ਪ੍ਰਸੰਨ ਹੁੰਦੇ ਸਨ। ਆਪ ਜੀ ਦੇ ਚਾਰ ਚੁਫੇਰੇ ਬਾਲਕ ਘੇਰਾ ਪਾ ਕੇ ਬੈਠ ਜਾਂਦੇ ਸਨ ਅਤੇ ਆਪ ਜੀ ਦੇ ਮਿੱਠੇ ਬਚਨਾਂ ਦੇ ਸੁਣਨ ਵਾਸਤੇ ਘਰ ਜਾਣਾ ਹੀ ਭੁੱਲ ਜਾਂਦੇ ਸਨ। ਦੂਸਰੇ ਦਿਨ ਬਾਬਾ ਕਾਲੂ ਜੀ ਫਿਰ ਗੁਰੂ ਜੀ ਨੂੰ ਨਾਲ ਲੈ ਕੇ ਪਾਠਸ਼ਾਲਾ ਪਾਂਧੇ ਪਾਸ ਲੈ ਗਏ ਅਤੇ ਬੜੇ ਪ੍ਰੇਮ ਨਾਲ ਆਖਿਆ ਕਿ ਪਾਂਧਾ ਜੀ, ਇਸ ਨੂੰ ਧਿਆਨ ਨਾਲ ਪੜ੍ਹਾਇਆ ਕਰੋ, ਤੁਹਾਡੀ ਬੜੀ ਕਿਰਪਾ ਹੋਵੇਗੀ। ਅੱਗੋਂ ਪਾਂਧਾ ਜੀ ਨੇ ਕਿਹਾ, ਮਹਿਤਾ ਜੀ, ਇਹ ਤਾਂ ਆਪ ਹੀ ਵਿੱਦਿਆ ਵਿੱਚ ਪੂਰਨ ਹਨ। ਇਹਨਾਂ ਤੋਂ ਜਿਹੜਾ ਵੱਧ ਪੜ੍ਹਿਆ ਹੋਵੇ ਉਹੀ ਇਹਨਾਂ ਨੂੰ ਪੜ੍ਹਾ ਸਕਦਾ ਹੈ। ਮੈਨੂੰ ਤਾਂ ਇਹਨਾਂ ਨੂੰ ਪੜ੍ਹਾਉਣ ਵਾਲਾ ਸੰਸਾਰ ਵਿੱਚ ਕੋਈ ਨਹੀਂ ਦਿਸਦਾ। ਮਹਿਤਾ ਜੀ, ਇਸ ਪੁੱਤਰ ਨੂੰ ਪੁੱਤਰ ਨਾ ਸਮਝਣਾ, ਇਹ ਤਾਂ ਕੋਈ ਅਵਤਾਰ ਹੈ ਜੋ ਪੜ੍ਹੇ ਤੋਂ ਬਿਨਾਂ ਹੀ ਪੜ੍ਹਿਆ ਹੋਇਆ ਹੈ ਅਤੇ ਸਾਰਿਆਂ ਨੂੰ ਪੜ੍ਹਾਉਣ ਦੇ ਸਮਰੱਥ ਹੈ। ਇਸ ਨੂੰ ਪੜ੍ਹਾਉਣ ਦਾ ਖਿਆਲ ਨਾ ਕਰੋ, ਇਹ ਤਾਂ ਸਾਰਿਆਂ ਨੂੰ ਪੜ੍ਹਾਉਣ ਵਾਲਾ ਹੈ। ਪਾਂਧੇ ਪਾਸੋਂ ਆਪਣੇ ਪੁੱਤਰ ਦੀ ਉਪਮਾ ਸੁਣ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਚਿੱਤ ਘਰ ਆ ਗਏ ਅਤੇ ਆਪਣੇ ਕਾਰ ਵਿਹਾਰ ਵਿੱਚ ਲੱਗ ਗਏ। ਗੁਰੂ ਜੀ ਬਾਲਕਾਂ ਨਾਲ ਮਿਲ ਕੇ ਜਿੱਥੇ ਇੱਛਾ ਹੋਵੇ ਖੇਡਣ ਚਲੇ ਜਾਂਦੇ। ਇੱਕ ਦਿਨ ਗੁਰੂ ਜੀ ਨੇ ਕੁਝ ਕਾਗਜ਼ ਇਕੱਠੇ ਕਰਕੇ ਛੋਟੀ ਜਿਹੀ ਪੋਥੀ ਵਾਂਗੂ ਬਣਾ ਲਏ, ਕਿਉਂਕਿ ਜੇ ਇਸ ਤਰ੍ਹਾਂ ਦੇ ਕਾਰ ਵਿਹਾਰ ਵਾਲੀ ਕੁੱਲ ਵਿੱਚ ਜੋ ਕੋਈ ਜਨਮਦਾ ਹੈ ਉਹ ਉਸ ਅਨੁਸਾਰ ਹੀ ਖੇਡਾਂ ਖੇਡਦਾ ਹੈ ਤੇ ਕਾਰ ਵਿਹਾਰ ਕਰਦਾ ਹੈ। ਇਸ ਤਰ੍ਹਾਂ ਇੱਕ ਦਿਨ ਜਦ ਗੁਰੂ ਨਾਨਕ ਜੀ ਕਾਗਜ਼ਾਂ ਦੀ ਪੋਥੀ ਬਣਾ ਕੇ ਬਾਲਕਾਂ ਦੇ ਵਿੱਚ ਬੈਠੇ ਕੁਝ ਬਚਨ ਕਰ ਰਹੇ ਸਨ ਤਾਂ ਉੱਤੋਂ ਮਹਿਤਾ ਕਾਲੂ ਜੀ ਆ ਗਏ। ਉਹਨਾਂ ਨੇ ਪ੍ਰੇਮ ਨਾਲ ਪੁੱਛਿਆ, ਪੁੱਤਰ ਜੀ, ਇਹ ਕਾਗਜ਼ ਹੱਥ ਵਿੱਚ ਫੜ ਕੇ ਬਾਲਕਾਂ ਨੂੰ ਕੀ ਦੱਸ ਰਹੇ ਹੋ? ਪਿਤਾ ਕਾਲੂ ਜੀ ਦੇ ਪ੍ਰੇਮ ਭਰੇ ਬਚਨ ਸੁਣ ਕੇ ਗੁਰੂ ਨਾਨਕ ਜੀ ਬੋਲੇ, ਪਿਤਾ ਜੀ, ਇਹ ਸਪਤ ਸਲੋਕੀ ਗੀਤਾ ਹੈ। ਮੈਂ ਪੜ੍ਹ ਕੇ ਇਸ ਦੇ ਅਰਥ ਵਿਚਾਰ ਰਿਹਾ ਹਾਂ, ਜਿਸ ਦੇ ਪੜ੍ਹਨ ਸੁਣਨ ਨਾਲ ਸੁਮਾਰਗ ਦੀ ਪ੍ਰਾਪਤੀ ਹੁੰਦੀ ਹੈ। ਮਹਿਤਾ ਕਾਲੂ ਜੀ ਨੇ ਜਦ ਇਹ ਅਸਚਰਜ ਬਚਨ ਸੁਣੇ ਤਾਂ ਅਸਚਰਜ ਹੋ ਕੇ ਕਿਹਾ ਕਿ ਪੁੱਤਰ, ਮੈਨੂੰ ਵੀ ਇਹ ਗੀਤਾ ਪੜ੍ਹ ਕੇ ਅਤੇ ਅਰਥ ਕਰਕੇ ਸੁਣਾ। ਮੈਂ ਵੀ ਸੁਣਾ। ਪਿਤਾ ਜੀ ਨੂੰ ਗੁਰੂ ਨਾਨਕ ਜੀ ਨੇ ਤਦ ਗੀਤਾ ਪੜ੍ਹ ਕੇ ਅਤੇ ਅਰਥ ਕਰਕੇ ਸੁਣਾਏ, ਜਿਸ ਨੂੰ ਸੁਣ ਕੇ ਮਹਿਤਾ ਕਾਲੂ ਇਸ ਤਰ੍ਹਾਂ ਮਗਨ ਹੋ ਗਏ ਜਿਸ ਤਰ੍ਹਾਂ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਹਰਨ ਮੁਗਧ ਹੋ ਜਾਂਦਾ ਹੈ। ਇਹ ਸਾਰਾ ਸਮਾਚਾਰ ਮਹਿਤਾ ਕਾਲੂ ਜੀ ਨੇ ਘਰ ਆਣ ਕੇ ਮਾਤਾ ਤ੍ਰਿਪਤਾ ਜੀ ਨੂੰ ਬੜੇ ਪ੍ਰਸੰਨ ਹੋ ਕੇ ਦੱਸਿਆ ਕਿ ਇਹ ਸੁਭਾਗਣ ਪਹਿਲਾਂ ਜੋਤਸ਼ੀ ਨੇ ਦੱਸਿਆ ਕਿ ਇਹ ਬਾਲਕ ਬੜਾ ਗੁਣਵਾਨ ਤੇ ਸ਼ੁਭ ਲੱਛਣਾਂ ਵਾਲਾ ਹੈ। ਫਿਰ ਗੋਪਾਲ ਪਾਂਧੇ ਨੇ ਆਖਿਆ ਕਿ ਤੁਹਾਡਾ ਪੁੱਤਰ ਬੜਾ ਹੋਣਹਾਰ ਤੇ ਬੁੱਧੀਮਾਨ ਹੈ। ਹੁਣ ਬਾਲਕਾਂ ਵਿੱਚ ਕਾਗਜ਼ ਲੈ ਕੇ ਬੜੇ ਪ੍ਰੇਮ ਨਾਲ ਕੁਝ ਪੜ੍ਹ ਰਿਹਾ ਸੀ। ਮੈਂ ਪੁੱਛਿਆ, ਬੇਟਾ, ਇਹ ਕੀ ਪੜ੍ਹਦੇ ਹੋ? ਤਾਂ ਕਹਿਣ ਲੱਗੇ, ਪਿਤਾ ਜੀ, ਇਹ ਸਪਤ ਸਲੋਕੀ ਗੀਤਾ ਹੈ। ਮੈਂ ਜਦ ਕਿਹਾ ਕਿ ਮੈਨੂੰ ਪੜ੍ਹ ਕੇ ਤੇ ਅਰਥ ਕਰਕੇ ਦੱਸੋ ਤਾਂ ਨਾਨਕ ਜੀ ਨੇ ਸਪਤ ਸਲੋਕੀ ਗੀਤਾ ਪੜ੍ਹ ਕੇ ਇਸ ਤਰ੍ਹਾਂ ਮਿੱਠੀ ਸੁੰਦਰ ਸੁਰ ਨਾਲ ਸੁਣਾਈ ਕਿ ਜਿਵੇਂ ਕਿਸੇ ਪੰਡਤ ਪਾਸੋਂ ਪੜ੍ਹ ਕੇ ਆਇਆ ਹੈ। ਹੁਣ ਤਾਂ ਇਸ ਦੀ ਬੁੱਧੀ ਬਹੁਤ ਚੰਗੀ ਗੁਣੀਆਂ ਵਰਗੀ ਹੈ, ਪਿੱਛੋਂ ਪਤਾ ਨਹੀਂ ਵੱਡੇ ਹੋ ਕੇ ਕੈਸੀ ਹੋ ਜਾਵੇ। ਅੱਗੋਂ ਮਾਤਾ ਤ੍ਰਿਪਤਾ ਜੀ ਨੇ ਕਿਹਾ, ਇਸ ਵਿੱਚ ਸਾਰੇ ਹੀ ਸ਼ੁਭ ਲੱਛਣ ਨਜ਼ਰ ਆਉਂਦੇ ਹਨ। ਇਹ ਸਦਾ ਪ੍ਰਸੰਨ ਹੀ ਰਹਿੰਦਾ ਹੈ, ਕਦੀ ਰੋਂਦਾ ਨਹੀਂ, ਬਾਲਕਾਂ ਨਾਲ ਖੇਡਣ ਸਮੇਂ ਕਿਸੇ ਨੂੰ ਗਾਲ ਨਹੀਂ ਦਿੰਦਾ, ਕਿਸੇ ਬਾਲਕ ਨਾਲ ਲੜਦਾ ਨਹੀਂ, ਸਦਾ ਮਿੱਠਾ ਹੀ ਬੋਲਦਾ ਹੈ। ਇਸਤਰੀ ਪੁਰਖ ਸਾਰੇ ਇਸ ਦੀ ਵਡਿਆਈ ਕਰਦੇ ਹਨ। ਇਹ ਗੱਲਾਂ ਸੁਣ ਕੇ ਕਾਲੂ ਜੀ ਨੇ ਕਿਹਾ, ਮੈਨੂੰ ਤਾਂ ਹੁਣ ਨਿਸ਼ਚਾ ਹੋ ਗਿਆ ਹੈ ਕਿ ਜੋਤਸ਼ੀ ਨੇ ਜੋ ਕੁਝ ਕਿਹਾ ਹੈ ਉਹ ਸਭ ਠੀਕ ਰਿਹਾ ਹੈ।
ਮੁੱਲਾ ਪਾਸ ਪੜ੍ਹਨਾ ਤੇ ਉਸ ਨੂੰ ਉਪਦੇਸ਼ ਦੇਣਾ। ਭਾਈ ਬਾਲੇ ਨੇ ਕਿਹਾ, ਗੁਰੂ ਜੀ, ਇਸ ਤਰ੍ਹਾਂ ਜਦ ਗੁਰੂ ਨਾਨਕ ਜੀ ਨੂੰ ਬਾਲਕਾਂ ਨਾਲ ਖੇਡਦਿਆਂ ਤੇ ਕੌਤਕ ਕਰਦਿਆਂ 1 ਸਾਲ ਲੰਘ ਗਿਆ ਤਾਂ ਇੱਕ ਦਿਨ ਫਿਰ ਮਹਿਤਾ ਕਾਲੂ ਜੀ ਨੇ ਵਿਚਾਰਿਆ ਕਿ ਇਸ ਖੇਡਣ ਕੁੱਦਣ ਵਿੱਚ ਹੀ ਨਾਨਕ ਉਮਰ ਬਤੀਤ ਕਰ ਰਿਹਾ ਹੈ, ਅੱਗੇ ਵੱਡਾ ਹੋ ਕੇ ਆਪਣਾ ਨਿਰਵਾਹ ਕਿਸ ਤਰ੍ਹਾਂ ਕਰੇਗਾ। ਇਸ ਕਰਕੇ ਇਸ ਨੂੰ ਪੜ੍ਹਾਉਣਾ ਚਾਹੀਦਾ ਹੈ। ਹੁਣ ਇਸ ਦੀ ਉਮਰ ਪੜ੍ਹਨ ਵਾਲੀ ਹੈ, ਖੇਡਾਂ ਵਿੱਚ ਗਵਾਉਣ ਵਾਲੀ ਨਹੀਂ। ਇਸ ਤਰ੍ਹਾਂ ਮਨ ਨਾਲ ਸਲਾਹ ਕਰਕੇ ਕਾਲੂ ਜੀ ਗੁਰੂ ਨਾਨਕ ਜੀ ਨੂੰ ਫਾਰਸੀ ਪੜ੍ਹਨ ਵਾਸਤੇ ਮੁੱਲਾ ਪਾਸ ਲੈ ਗਏ। ਮੁੱਲਾ ਨੂੰ ਬੜੀ ਨਿਮਰਤਾ ਨਾਲ ਆਖਿਆ ਕਿ ਮੁੱਲਾ ਜੀ, ਮੇਰੇ ਪੁੱਤਰ ਨੂੰ ਤੁਸੀਂ ਬੜੇ ਪਿਆਰ ਨਾਲ ਪੜ੍ਹਾਉਣਾ। ਇਹ ਬੜਾ ਸਿਆਣਾ ਹੈ, ਛੇਤੀ ਹੀ ਜੋ ਕੁਝ ਤੁਸੀਂ ਪੜ੍ਹਾਓਗੇ ਪੜ੍ਹ ਜਾਵੇਗਾ। ਇਸ ਦੀ ਪੜ੍ਹਾਈ ਤੁਸੀਂ ਰੋਜ਼ ਦੀ ਰੋਜ਼ ਮੈਨੂੰ ਦੱਸਦੇ ਰਹਿਣਾ। ਕਾਲੂ ਨੇ ਕੁਝ ਮਠਿਆਈ ਤੇ 1 ਰੁਪਈਆ ਮੁੱਲਾ ਨੂੰ ਦਿੱਤਾ। ਮੁੱਲਾ ਨੇ ਨਾਨਕ ਜੀ ਨੂੰ ਆਪਣੇ ਪਾਸ ਬਿਠਾਲ ਕੇ ਪੱਟੀ ਉੱਤੇ ਅਲਫ ਬੇ ਲਿਖ ਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਮੁੱਲਾ ਇਹ ਵੇਖ ਕੇ ਬੜਾ ਅਚਰਜ ਹੋਇਆ ਕਿ ਉਸ ਦੇ ਪੜ੍ਹਾਉਣ ਵਿੱਚ ਭਾਵੇਂ ਦੇਰੀ ਹੋ ਜਾਵੇ, ਪਰ ਨਾਨਕ ਜੀ ਦੇ ਪੜ੍ਹਨ ਵਿੱਚ ਕੁਝ ਦੇਰ ਨਹੀਂ ਲੱਗਦੀ। ਜੋ ਉਹ ਪੜ੍ਹਾਉਂਦਾ ਹੈ ਨਾਨਕ ਜੀ ਤਟ-ਫਟ ਪੜ੍ਹ ਕੇ ਸੁਣਾ ਦਿੰਦੇ ਹਨ। ਮੁੱਲਾ ਨੇ ਕਿਹਾ, ਇਹ ਤਾਂ ਇਉਂ ਜਾਪਦਾ ਹੈ ਕਿ ਇਹ ਬਾਲਕ ਕਿਤੋਂ ਪਹਿਲਾਂ ਹੀ ਪੜ੍ਹਿਆ ਹੋਇਆ ਹੈ। ਫਾਰਸੀ ਇਲਮ ਭਾਵੇਂ ਬੜਾ ਔਖਾ ਹੈ, ਪਰ ਇਹ ਇਸ ਨੂੰ ਝੱਟ ਹੀ ਪੜ੍ਹੀ ਜਾਂਦਾ ਹੈ। ਉਮਰ ਕਰਕੇ ਭਾਵੇਂ ਇਹ ਬੱਚਾ ਹੈ, ਪਰ ਅਕਲ ਕਰਕੇ ਬਿਰਧ ਹੈ। ਜਿਹੜੇ 10 ਸਾਲਾਂ ਤੋਂ ਮੇਰੇ ਪਾਸ ਪੜ੍ਹ ਰਹੇ ਹਨ ਉਹ ਵੀ ਇਸ ਦੇ ਬਰਾਬਰ ਪੜ੍ਹ ਨਹੀਂ ਸਕਦੇ। ਇਹ ਤਾਂ ਕੋਈ ਅਵਤਾਰ ਜਾਪਦਾ ਹੈ। ਮੁੱਲਾ ਪਾਸੋਂ ਇਸ ਤਰ੍ਹਾਂ ਦੀ ਉਸਤਤੀ ਸੁਣ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਕਿ ਉਹਨਾਂ ਦਾ ਪੁੱਤਰ ਇਤਨਾ ਹੋਣਹਾਰ ਤੇ ਲਾਇਕ ਹੈ। ਇਹ ਖਬਰ ਸਾਰੇ ਪਿੰਡ ਵਿੱਚ ਵੀ ਮਕਤਬ ਦੇ ਹੋਰ ਮੁੰਡਿਆਂ ਰਾਹੀਂ ਧੁੰਮ ਗਈ ਕਿ ਬਾਬੇ ਕਾਲੂ ਦਾ ਪੁੱਤਰ ਬੜਾ ਬੁੱਧੀਮਾਨ ਹੈ, ਜੇ ਇਸਨੇ ਫਾਰਸੀ ਕਠਨ ਇਲਮ ਨੂੰ ਝਟਪਟ ਹੀ ਸਿੱਖ ਲਿਆ ਹੈ। ਇਹ ਗੱਲਾਂ ਸੁਣ ਕੇ ਲੋਕ ਬੜੇ ਹੈਰਾਨ ਹੁੰਦੇ ਅਤੇ ਗੁਰੂ ਨਾਨਕ ਜੀ ਦਾ ਜਸ ਕਰਨ ਲੱਗੇ। ਜਦ ਗੁਰੂ ਨਾਨਕ ਜੀ ਨੇ ਇਸ ਤਰ੍ਹਾਂ ਆਪਣੀ ਉਪਮਾ ਹੁੰਦੀ ਸੁਣੀ ਤਾਂ ਆਪ ਜੀ ਨੇ ਆਪਣਾ ਆਪ ਛੁਪਾਉਣ ਵਾਸਤੇ ਆਪਣਾ ਹੋਰ ਹੀ ਸੁਭਾਅ ਕਰ ਲਿਆ। ਆਪ ਜੀ ਪਿੰਡ ਤੋਂ ਬਾਹਰ ਜਾ ਕੇ ਇੱਕ ਬ੍ਰਿਛ ਹੇਠਾਂ ਚਾਦਰ ਤਾਣ ਕੇ ਲੰਮੇ ਪਏ ਰਹਿੰਦੇ। ਆਪ ਜੀ ਨਾ ਕਿਸੇ ਨਾਲ ਬੋਲਦੇ, ਨਾ ਕੁਝ ਖਾਂਦੇ ਪੀਂਦੇ। ਰਾਤ ਦਿਨ ਇਸ ਤਰ੍ਹਾਂ ਚੁੱਪਚਾਪ ਲੰਮੇ ਹੀ ਪਏ ਰਹਿੰਦੇ। ਜੇ ਕੋਈ ਉਠਾਵੇ ਤਾਂ ਵੀ ਨਾ ਉੱਠਦੇ। ਆਪ ਦੀ ਇਸ ਤਰ੍ਹਾਂ ਦੀ ਦਸ਼ਾ ਵੇਖ ਲੋਕ ਭਾਂਤ-ਭਾਂਤ ਦੀਆਂ ਗੱਲਾਂ ਕਰਨ ਲੱਗ ਪਏ। ਕੋਈ ਆਖੇ ਇਸ ਨੂੰ ਭੂਤ ਪ੍ਰੇਤ ਦਾ ਛਾਇਆ ਹੈ, ਜਿਸ ਕਰਕੇ ਇਸ ਨੂੰ ਤਨ ਮਨ ਤੇ ਘਰ ਬਾਹਰ ਦੀ ਕੋਈ ਸੁੱਧ ਨਹੀਂ ਰਹੀ। ਕੋਈ ਆਖੇ ਇਹ ਮਾਤਾ ਪਿਤਾ ਨਾਲ ਗੁੱਸੇ ਹੋ ਗਿਆ ਹੈ। ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਤੇ ਗੁਰੂ ਨਾਨਕ ਜੀ ਦੀਆਂ ਮਸਤਾਨਿਆਂ ਵਾਲੀਆਂ ਦਸ਼ਾ ਵੇਖ ਕੇ ਮਹਿਤਾ ਕਾਲੂ ਬੜਾ ਚਿੰਤਾਵਾਨ ਹੋ ਗਿਆ। ਜੋ ਕੁਝ ਕੋਈ ਦੱਸੇ ਉਹੀ ਉਪਾਅ ਕਰਦਾ, ਪਰ ਜਦ ਗੁਰੂ ਜੀ ਦੀ ਦਸ਼ਾ ਵਿੱਚ ਕੋਈ ਫਰਕ ਨਾ ਪਿਆ ਤਾਂ ਫਿਰ ਬਾਬਾ ਕਾਲੂ ਮੁੱਲਾ ਪਾਸ ਗਿਆ। ਮੁੱਲਾ ਨੂੰ ਜਾ ਕੇ ਗੁਰੂ ਜੀ ਦਾ ਸਾਰਾ ਹਾਲ ਦੱਸਿਆ ਅਤੇ ਕਿਹਾ, ਮੁੱਲਾ ਜੀ, ਤੁਸੀਂ ਨਾਨਕ ਜੀ ਨੂੰ ਫਾਰਸੀ ਕਿਸ ਤਰ੍ਹਾਂ ਦੀ ਪੜ੍ਹਾਈ ਹੈ? ਉਸ ਨੂੰ ਤਾਂ ਆਪਣੇ ਆਪ ਦੀ ਹੋਸ਼ ਹੀ ਨਹੀਂ ਰਹੀ। ਤੁਸੀਂ ਚੱਲ ਕੇ ਉਸ ਦੀ ਖਬਰ ਲਵੋ ਅਤੇ ਵੇਖੋ ਕਿ ਉਸ ਨੂੰ ਕੋਈ ਭੂਤ ਪ੍ਰੇਤ ਦਾ ਛਾਇਆ ਨਾ ਪੈ ਗਿਆ ਹੋਵੇ। ਮਹਿਤਾ ਕਾਲੂ ਜੀ ਪਾਸੋਂ ਸਾਰੀ ਗੱਲ ਸੁਣ ਕੇ ਮੁੱਲਾ ਮਹਿਤਾ ਜੀ ਨਾਲ ਉੱਥੇ ਗਿਆ, ਜਿੱਥੇ ਗੁਰੂ ਨਾਨਕ ਜੀ ਚਾਦਰ ਤਾਣ ਕੇ ਧਰਤੀ ਉੱਤੇ ਲੇਟੇ ਪਏ ਸਨ। ਮੁੱਲਾ ਨੂੰ ਵੇਖ ਕੇ ਉੱਤੇ ਹੋਰ ਲੋਕ ਵੀ ਬਹੁਤ ਇਕੱਠੇ ਹੋ ਗਏ। ਮੁੱਲਾ ਨੇ ਗੁਰੂ ਜੀ ਪਾਸ ਬੈਠ ਕੇ ਦੁਆ ਕੀਤੀ ਕਿ ਹੇ ਨੇਕ ਪਾਲਕ, ਤੇਰੇ ਉੱਤੇ ਪਰਵਰਦਗਾਰ ਦੀ ਮਿਹਰ ਹੋਵੇ। ਛੋਟੀ ਉਮਰ ਵਿੱਚ ਹੀ ਤੇਰੀ ਬੁੱਧੀ ਬੜੀ ਤੇਜ਼ ਹੈ ਅਤੇ ਜ਼ੁਬਾਨ ਬੜੀ ਮਿੱਠੀ ਹੈ, ਜੋ ਸਭ ਨੂੰ ਚੰਗੀ ਲੱਗਦੀ ਹੈ। ਤੇਰਾ ਸੁਭਾਅ ਬੜਾ ਚੰਗਾ ਹੈ। ਮੈਨੂੰ ਦੱਸੋ ਕਿ ਤੁਹਾਡੇ ਚੁੱਪ ਕਰ ਰਹਿਣ ਦਾ ਕੀ ਕਾਰਨ ਹੈ? ਤੁਹਾਡੇ ਮਾਤਾ ਪਿਤਾ ਨੂੰ ਇਸ ਦੀ ਬਹੁਤ ਚਿੰਤਾ ਹੈ। ਜਦ ਗੁਰੂ ਨਾਨਕ ਜੀ ਨੇ ਮੁੱਲਾ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਤਾਂ ਮੁੱਲਾ ਨੇ ਫੇਰ ਅਧੀਨਗੀ ਨਾਲ ਕਿਹਾ ਕਿ ਇਹ ਪੁਰਸ਼ ਜੋ ਖੜੇ ਹਨ ਇਹ ਚਾਹੁੰਦੇ ਹਨ ਕਿ ਤੁਹਾਡੇ ਪਾਸੋਂ ਕੋਈ ਗੱਲ ਸੁਣੀਏ, ਪਰ ਜਦ ਤੁਸੀਂ ਕੁਝ ਨਹੀਂ ਬੋਲਦੇ ਤਾਂ ਇਹਨਾਂ ਦੇ ਮਨ ਨੂੰ ਰੰਜ ਹੁੰਦਾ ਹੈ। ਇਸ ਕਰਕੇ ਖੁਦਾ ਦੇ ਵਾਸਤੇ ਆਪ ਇੱਕ ਵਾਰ ਉੱਠ ਕੇ ਇਹਨਾਂ ਨੂੰ ਆਪਣੀ ਅੰਦਰਲੀ ਗੱਲ ਦੱਸੋ। ਮੁੱਲਾ ਦੇ ਅਧੀਨਗੀ ਦੇ ਬਚਨ ਅਤੇ ਖੁਦਾ ਦਾ ਵਾਸਤਾ ਸੁਣ ਕੇ ਗੁਰੂ ਜੀ ਉੱਠ ਬੈਠੇ ਅਤੇ ਰਾਗ ਤਿਲਕ ਵਿੱਚ ਸ਼ਬਦ ਉਚਾਰਨ ਕੀਤਾ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੁਏ ਅਜਰਾਇਲ ਗਿਰ ਫਤਹ ਦਿਲ ਹੇਚ ਨਾਦਾਨੀ ਰਹਾਓ। ਹੇ ਮੁੱਲਾ ਜੀ, ਜੇਕਰ ਤੁਸੀਂ ਮੇਰੀ ਦਸ਼ਾ ਜਾਣਨੀ ਚਾਹੁੰਦੇ ਹੋ ਤਾਂ ਕੰਨ ਦੇ ਕੇ ਸੁਣੋ, ਕਿਉਂਕਿ ਤੁਸੀਂ ਖੁਦਾ ਦਾ ਵਾਸਤਾ ਪਾਇਆ ਹੈ, ਇਸ ਕਰਕੇ ਉੱਤਰ ਦੇ ਰਿਹਾ ਹਾਂ। ਇਹ ਜੋ ਤੁਸੀਂ ਦੁਨੀਆ ਦਾ ਮੁਕਾਮ ਸਮਝਿਆ ਹੈ
ਉਸ ਨੂੰ ਨਾਮ ਤੋਂ ਬਿਨਾ ਸਭ ਕੁਝ ਝੂਠ ਹੀ ਜਾਣੋ। ਸਿਰ ਤੇ ਮੌਤ ਦਾ ਸਦਾ ਡਰ ਲੱਗਾ ਰਹਿੰਦਾ ਹੈ, ਜਿਸ ਡਰ ਕਰਕੇ ਮੇਰੇ ਪਾਸੋਂ ਦੁਨੀਆ ਦਾ ਕੋਈ ਕਾਰ ਵਿਹਾਰ ਨਹੀਂ ਹੋ ਸਕਦਾ। ਇਹ ਗੱਲ ਆਪ ਜੀ ਦੀ ਸੁਣ ਕੇ ਮੁੱਲਾ ਨੇ ਕਿਹਾ, ਅਜੇ ਤਾਂ ਤੁਹਾਡੀ ਬਾਲਕ ਅਵਸਥਾ ਹੈ, ਤੁਹਾਨੂੰ ਇਹ ਗੱਲਾਂ ਨਹੀਂ ਸੋਚਣੀਆਂ ਚਾਹੀਦੀਆਂ। ਇਹ ਗੱਲਾਂ ਤਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਮੇਰੇ ਵਾਂਗੂ ਬਿਰਧ ਅਵਸਥਾ ਹੋ ਗਈ ਹੋਵੇ। ਅਜੇ ਤੁਸੀਂ ਬੱਚੇ ਹੋ, ਬੱਚਿਆਂ ਵਾਲੀਆਂ ਹੀ ਗੱਲਾਂ ਕਰੋ। ਜਵਾਨ ਹੋ ਕੇ ਇਸਤਰੀ ਪੁੱਤਰਾਂ ਤੇ ਧਨ ਸੰਪਦਾ ਦੇ ਸੁੱਖ ਭੋਗੋ। ਹੁਣ ਕਾਰ ਕਰਕੇ ਸੰਬੰਧੀਆਂ ਨੂੰ ਖੁਸ਼ੀਆਂ ਦਿਓ। ਮੁੱਲਾ ਦੀਆਂ ਇਹ ਉਪਦੇਸ਼ਮਈ ਗੱਲਾਂ ਸੁਣ ਕੇ ਸਤਿਗੁਰੂ ਜੀ ਬੋਲੇ, ਮੁੱਲਾ ਜੀ, ਤੁਸੀਂ ਜੋ ਇਹ ਕਿਹਾ ਹੈ, ਇਸ ਤਰ੍ਹਾਂ ਦੇ ਵਿਚਾਰ ਬਿਰਧ ਅਵਸਥਾ ਵਾਲੇ ਨੂੰ ਕਰਨੇ ਚਾਹੀਦੇ ਹਨ। ਇਹ ਠੀਕ ਨਹੀਂ ਹੈ, ਕਿਉਂਕਿ ਮੌਤ ਦਾ ਪਤਾ ਨਹੀਂ ਕਿ ਸਮੇਂ ਆ ਜਾਵੇ ਤੇ ਜਿੰਦ ਨੂੰ ਕੱਢ ਕੇ ਲੈ ਜਾਵੇ। ਜੇ 100 ਸਾਲ ਦੀ ਉਮਰ ਵੀ ਹੋਵੇ ਤਾਂ ਅੱਧੀ ਤਾਂ ਪਹਿਲਾਂ ਸੌਣ ਵਿੱਚ ਹੀ ਬੀਤ ਜਾਂਦੀ ਹੈ। ਪਹਿਲੇ 15 ਸਾਲ ਬਚਪਨ ਵਿੱਚ ਅਚੇਤ ਬੀਤ ਜਾਂਦੇ ਹਨ। 80 ਸਾਲ ਤੋਂ ਉੱਪਰ ਕੋਈ ਕੰਮਕਾਰ ਨਹੀਂ ਹੋ ਸਕਦਾ। ਨਾ ਕੰਨਾਂ ਨਾਲ ਸੁਣਿਆ ਜਾਂਦਾ ਹੈ ਤੇ ਨਾ ਅੱਖਾਂ ਨਾਲ ਵੇਖਿਆ ਜਾਂਦਾ ਹੈ। ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੰਮਕਾਰ ਦੀ ਕੋਈ ਸੋਝੀ ਨਹੀਂ ਰਹਿੰਦੀ। ਜਦ ਆਪਣੇ ਸਰੀਰ ਦੀ ਕਿਰਿਆ ਕਰਨੀ ਵੀ ਕਠਿਨ ਹੋ ਜਾਂਦੀ ਹੈ ਤਾਂ ਫਿਰ ਹਰੀ ਨਾਮ ਕਿਸ ਤਰ੍ਹਾਂ ਜਪਿਆ ਜਾਏਗਾ। ਜਿਹੜੇ ਸਰੀਰ ਕਰਕੇ ਕੁਝ ਠੀਕ ਰਹਿੰਦੇ ਹਨ, ਉਹ ਵੀ ਧੀਆਂ ਪੁੱਤਰਾਂ ਦੇ ਲਾਡਾਂ ਦੇ ਖਾਣ ਪਹਿਨਣ ਤੇ ਵਿਚਾਰਾਂ ਵਿੱਚ ਹੀ ਸਾਰੀ ਉਮਰ ਬਤੀਤ ਕਰ ਲੈਂਦੇ ਹਨ ਅਤੇ ਅੰਤ ਨੂੰ ਨਾਮ ਤੋਂ ਬਿਨਾਂ ਖਾਲੀ ਹੱਥ ਝਾੜ ਕੇ ਤੁਰ ਪੈਂਦੇ ਹਨ। ਇਸ ਤਰ੍ਹਾਂ ਮੁੱਲਾ ਜੀ ਇਹ ਨਿਸ਼ਚੈ ਕਰ ਲਵੋ ਕਿ ਹਰੀ ਦੀ ਪ੍ਰੀਤੀ ਤੋਂ ਬਿਨਾਂ ਜਨਮ ਨਿਸਫਲ ਹੀ ਚਲਿਆ ਜਾਂਦਾ ਹੈ ਅਤੇ ਜਦ ਪੁਰਸ਼ ਨੂੰ ਇਹ ਸਮਝ ਆ ਜਾਵੇ ਕਿ ਜਨਮ ਨਿਸਫਲ ਜਾ ਰਿਹਾ ਹੈ ਤਾਂ ਉਹ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਮੋੜ ਕੇ ਹਰ ਪ੍ਰੀਤ ਵੱਲ ਜੋੜ ਲੈਂਦਾ ਹੈ ਅਤੇ ਪ੍ਰਮਾਤਮਾ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ। ਰਾਗ ਤਿਲਕ ਮਹੱਲਾ ਪਹਿਲਾ, ਘਰ ਪਹਿਲਾ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ। ਅਰਥਾਤ, हे ਪ੍ਰਭੂ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਕੰਨ ਦੇ ਕੇ ਸੁਣੋ। हे ਪ੍ਰਭੂ, ਤੂੰ ਵੱਡਾ ਮਿਹਰਬਾਨ ਹੈ, ਤੂੰ ਸਭ ਦੀ ਪਾਲਣਾ ਕਰਨ ਵਾਲਾ ਹੈ। ਇਸ ਤਰ੍ਹਾਂ ਜੋ ਪੁਰਸ਼ ਤਨ ਮਨ ਦੀ ਬੰਦਗੀ ਕਰਦੇ ਹਨ, ਉਹਨਾਂ ਤੇ ਪ੍ਰਮਾਤਮਾ ਦਇਆ ਕਰਕੇ ਆਪਣਾ ਨਾਮ ਦੇ ਕੇ ਉਹਨਾਂ ਦਾ ਉਦਾਰ ਕਰ ਦਿੰਦਾ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਨੇ ਕਿਹਾ, ਤੁਸੀਂ ਧੰਨ ਹੋ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਇਤਨਾ ਪ੍ਰੇਮ ਹੈ। ਇਹ ਜੋ ਗੱਲਾਂ ਤੁਸਾਂ ਆਖੀਆਂ ਹਨ ਸੱਚੀਆਂ ਹਨ, ਪਰ ਫਿਰ ਵੀ ਕਿਉਂਕਿ ਤੁਹਾਡੇ ਸਾਰੇ ਸੰਬੰਧੀ ਤੇ ਮਾਤਾ ਪਿਤਾ ਆਦਿ ਤੁਹਾਡੀ ਇਸ ਦਸ਼ਾ ਤੋਂ ਦਿਲਗੀਰ ਹੋਏ ਹਨ, ਇਸ ਵਾਸਤੇ ਹੁਣ ਤੁਸੀਂ ਉਹ ਗੱਲ ਕਰੋ ਜਿਸ ਨਾਲ ਇਹਨਾਂ ਦਾ ਮਨ ਪ੍ਰਸੰਨ ਹੋ ਜਾਵੇ। ਇਹਨਾਂ ਨਾਲ ਉੱਠ ਕੇ ਘਰ ਜਾਓ, ਬੋਲੋ, ਹੱਸੋ, ਖੇਡੋ ਤੇ ਖੁਸ਼ੀ-ਖੁਸ਼ੀ ਘਰ ਦੇ ਕਾਰ ਵਿਹਾਰ ਕਰੋ। ਸਤਿਗੁਰੂ ਜੀ ਮੁੱਲਾ ਦੀ ਇਹ ਗੱਲ ਸੁਣ ਕੇ ਬੋਲੇ, ਜਨ ਪਿਸਰ ਪਦਰ ਬਿਰਦਾਰਾ ਕਸ ਨੇਸ ਦਸੰਤ ਗੀਰ, ਆਖਰ ਵੀ य ਫਤਮ ਕਸ ਨਾਕ ਦਾਰਦ ਚੂ ਸਵਦ ਤਕਬੀਰ। ਅਰਥਾਤ ਮੁੱਲਾ ਜੀ, ਇਸਤਰੀ ਪੁੱਤਰ ਭਾਈ ਸੰਬੰਧੀ ਕਿਸੇ ਨੇ ਵੀ ਅੰਤ ਸਮੇਂ ਸਹਾਇਤਾ ਨਹੀਂ ਕਰਨੀ, ਕਿਸੇ ਨੇ ਵੀ ਮੇਰੇ ਰੱਖਿਅਕ ਨਹੀਂ ਹੋਣਾ। ਇਸ ਵਾਸਤੇ ਇਹਨਾਂ ਸੰਬੰਧੀਆਂ ਕਰਕੇ ਪ੍ਰਮਾਤਮਾ ਨੂੰ ਨਹੀਂ ਵਿਸਾਰਨਾ ਚਾਹੀਦਾ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਦਾ ਮਨ ਵੀ ਪ੍ਰੇਰਿਆ ਗਿਆ। ਉਸ ਨੇ ਕਿਹਾ, ਆਪ ਧੰਨ ਹੋ ਜਿਨ੍ਹਾਂ ਦਾ ਮਨ ਇਸ ਛੋਟੀ ਉਮਰ ਵਿੱਚ ਹੀ ਵਿਸ਼ਾ ਵਿਕਾਰਾਂ ਵੱਲੋਂ ਹਟ ਕੇ ਪਰਮੇਸ਼ਰ ਦੀ ਪ੍ਰੀਤੀ ਵਿੱਚ ਲੱਗ ਗਿਆ ਹੈ। ਤੁਹਾਡੇ ਬਚਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ। ਤੁਸਾਂ ਨੇਕ ਕਰਮ ਕਰਨੇ ਹੀ ਮਨ ਵਿੱਚ ਨਿਸ਼ਚੈ ਕਰ ਲਏ ਹਨ। ਕਿਰਪਾ ਨਿਦਾਨ ਗੁਰੂ ਜੀ ਨੇ ਮੁੱਲਾ ਪਾਸੋਂ ਆਪਣੀ ਉਪਮਾ ਦੇ ਬਚਨ ਸੁਣ ਕੇ ਸ਼ਬਦ ਦਾ ਤੀਸਰਾ ਪਦ ਉਚਾਰਨ ਕੀਤਾ। ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮਈ ਚੀਨੀ ਅਹਵਾਲ। ਅਰਥਾਤ, हे ਮੁੱਲਾ ਜੀ, ਪੁਰਸ਼ ਰਾਤ ਦਿਨ ਬੁਰੇ ਖਿਆਲਾਂ ਵਿੱਚ ਹੀ ਭੌਂਦਾ ਰਹਿੰਦਾ ਹੈ, ਨੇਕੀ ਨਹੀਂ ਕਰਦਾ। ਮੇਰਾ ਵੀ ਇਹੋ ਜਿਹਾ ਹੀ ਹਾਲ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਮੁੱਲਾ ਨੇ ਬੜੀ ਸ਼ਰਧਾ ਨਾਲ ਬੇਨਤੀ ਕੀਤੀ, ਮਹਾਰਾਜ ਜੀ, ਤੁਹਾਡੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਨ੍ਹਾਂ ਦਾ ਮਨ ਪਰਮੇਸ਼ਰ ਦੀ ਭਗਤੀ ਵਿੱਚ ਰੰਗਿਆ ਹੋਇਆ ਹੈ। ਮੁੱਲਾ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਹਉਮੈ ਨੂੰ ਦੂਰ ਕਰਨ ਵਾਲੇ ਇਹ ਬਚਨ ਉਚਾਰਨ ਕੀਤੇ। ਬਦਬਖਤ ਹਮ ਚੂ ਬਖੀਲ ਗਾਫੀਲ ਬੇਨਜਰ ਬੇਬਾਕ, ਨਾਨਕ ਬੁਗਿਅਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਅਰਥਾਤ, ਮੁੱਲਾ ਜੀ, ਅਸੀਂ ਮੰਦੇ ਭਾਗਾਂ ਵਾਲੇ ਈਰਖਾਵਾਦੀ ਭੁੱਲੜ ਹਾਂ ਜੋ ਪਰਮੇਸ਼ਰ ਵੱਲੋਂ ਪੈ ਰਹਿਤ ਹੋ ਕੇ ਨੇਕੀ ਬਦੀ ਦਾ ਖਿਆਲ ਨਹੀਂ ਕਰਦੇ। ਨਾਨਕ ਇਹ ਗੱਲ ਕਹਿੰਦਾ ਹੈ ਕਿ हे ਪ੍ਰਭੂ, ਮੈਂ ਤੇਰਾ ਦਾਸ ਹਾਂ,
ਤੇ ਤੇਰੇ ਦਾਸਾਂ ਦੀ ਚਰਨ ਧੂੜੀ ਚਾਹੁੰਦਾ ਹਾਂ। ਗੁਰੂ ਜੀ ਪਾਸੋਂ ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਨੂੰ ਵੀ ਹੁਣ ਨਿਹਾਲ ਕਰੋ ਅਤੇ ਮੈਂ ਜੋ ਤੁਹਾਡੇ ਸਾਹਮਣੇ ਉੱਚੀਆਂ ਨੀਵੀਆਂ ਗੱਲਾਂ ਕੀਤੀਆਂ ਹਨ ਉਹਨਾਂ ਦਾ ਅਣਜਾਣ ਸਮਝ ਕੇ ਮੈਨੂੰ ਖਿਮਾ ਕਰੋ। ਮੁੱਲਾ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਆਗਿਆ ਕੀਤੀ ਕਿ ਸਤ ਸੰਗਤ ਕਰਿਆ ਕਰੋ ਤੇ ਪਰਮੇਸ਼ਰ ਦਾ ਨਾਮ ਜਪਿਆ ਕਰੋ, ਤੁਹਾਡੀ ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਉਪਦੇਸ਼ ਲੈ ਕੇ ਮੁੱਲਾ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਪ੍ਰਸੰਨ ਚਿੱਤ ਆਪਣੇ ਘਰ ਨੂੰ ਚਲਿਆ ਗਿਆ। ਸੱਚਾ ਜੰਝੂ। ਉਪਰੰਤ ਬਾਲੇ ਨੇ ਦੱਸਿਆ, ਗੁਰੂ ਜੀ, ਜਦ ਗੁਰੂ ਜੀ ਦੀਆਂ ਐਸੀਆਂ ਗੱਲਾਂ ਦੀ ਸਾਰੇ ਲੋਕਾਂ ਵਿੱਚ ਚਰਚਾ ਫੈਲ ਗਈ ਤਾਂ ਇੱਕ ਦਿਨ ਮਹਿਤਾ ਕਾਲੂ ਨੇ ਵਿਚਾਰਿਆ ਕਿ ਇਸ ਨੂੰ ਆਪਣੇ ਖੱਤਰੀ ਧਰਮ ਦੀ ਮਰਿਆਦਾ ਅਨੁਸਾਰ ਜੰਝੂ ਪਹਿਨਾਉਣਾ ਚਾਹੀਦਾ ਹੈ। ਇਸ ਵਿਚਾਰ ਅਨੁਸਾਰ ਕਾਲੂ ਜੀ ਨੇ ਪ੍ਰੋਹਤ ਹਰਦਿਆਲ ਨੂੰ ਸੱਦ ਕੇ ਇਸ ਕਾਰਜ ਦੇ ਕਰਨ ਵਾਸਤੇ ਆਖਿਆ। ਮਹਿਤਾ ਜੀ ਦੀ ਇਹ ਇੱਛਾ ਸੁਣ ਕੇ ਪ੍ਰੋਹਤ ਹਰਦਿਆਲ ਨੇ ਕਿਹਾ ਕਿ ਮਹਿਤਾ ਜੀ, ਕੱਲ੍ਹ ਇਸ ਕੰਮ ਵਾਸਤੇ ਬੜਾ ਸ਼ੁਭ ਦਿਨ ਹੈ, ਤੁਸੀਂ ਸਾਰੀ ਸਮੱਗਰੀ ਲੈ ਆਓ। ਬਾਬਾ ਕਾਲੂ ਜੀ ਨੇ ਪ੍ਰੋਹਤ ਦੇ ਦੱਸੇ ਅਨੁਸਾਰ ਆਟਾ ਆਦਿ ਤੇ ਇੱਕ ਬੱਕਰਾ ਮੰਗਾ ਲਿਆ ਅਤੇ ਸੰਬੰਧੀਆਂ ਤੇ ਪਿੰਡ ਦੇ ਬ੍ਰਾਹਮਣਾਂ ਨੂੰ ਭੋਜਨ ਛਕਣ ਵਾਸਤੇ ਨਿਉਤਾ ਦੇ ਦਿੱਤਾ। ਦੂਸਰੇ ਦਿਨ ਪ੍ਰੋਹਤ ਨੇ ਗਊ ਦਾ ਗੋਹਾ ਮੰਗਵਾ ਕੇ ਧਰਤੀ ਉੱਤੇ ਪੋਚਾ ਦਿੱਤਾ ਅਤੇ ਉੱਪਰ ਚੌਂਕ ਪੂਰ ਕੇ ਗੁਰੂ ਨਾਨਕ ਜੀ ਨੂੰ ਸੱਦ ਕੇ ਪਾਸ ਬਿਠਾ ਲਿਆ। ਜਦ ਖੱਤਰੀ ਧਰਮ ਦੀ ਰੀਤੀ ਅਨੁਸਾਰ ਗੁਰੂ ਜੀ ਨੂੰ ਜੰਝੂ ਪਾਉਣ ਲੱਗਾ ਤਾਂ ਗੁਰੂ ਜੀ ਨੇ ਕਿਹਾ, ਚੌਪਈ, ਕੌਣ ਅਧਿਕਤਾ ਯਾਕੇ ਪਾਏ, ਕਿਸ ਪਦਵੀ ਇਹ ਦੇਤ ਪੁਚਾਏ, ਪਹਿਰੇ ਬਿਨਾ ਨੂਨਤਾ ਜੋ, ਦਿਜਬਰ ਮੋਹ ਸਮਝਾਓ ਸੋ। ਅਰਥਾਤ, ਪੰਡਤ ਜੀ, ਇਸ ਦੇ ਪਾਉਣ ਨਾਲ ਕੀ ਵਾਧਾ ਹੋ ਜਾਂਦਾ ਹੈ ਕਿ ਇਸ ਪਦਵੀ ਤੇ ਇਸ ਪੁਰਸ਼ ਨੂੰ ਪਹੁੰਚਾ ਦਿੰਦਾ ਹੈ। ਜੇ ਇਸ ਨੂੰ ਨਾ ਪਹਿਨੀਏ ਤਾਂ ਜੋ ਘਾਟਾ ਰਹਿੰਦਾ ਹੈ ਉਹ ਮੈਨੂੰ ਸਮਝਾ ਦਿਓ। ਗੁਰੂ ਜੀ ਤੋਂ ਇਹ ਪ੍ਰਸ਼ਨ ਸੁਣ ਕੇ ਹਰਦਿਆਲ ਪੰਡਤ ਮਨ ਵਿੱਚ ਬੜਾ ਪ੍ਰਸੰਨ ਹੋਇਆ ਕਿ ਉਸ ਦੇ ਦੁੱਖੜੇ ਤੇ ਕਲੇਸ਼ ਦੂਰ ਹੋਣ ਦੀ ਵੀ ਹੁਣ ਬਿੱਧ ਬਣ ਗਈ ਹੈ। ਹਰਦਿਆਲ ਪਹਿਲਾਂ ਹੀ ਗੁਰੂ ਜੀ ਦੀ ਮਹਿਮਾ ਨੂੰ ਜਾਣਦਾ ਸੀ, ਪਰ ਆਪਣਾ ਅਗਿਆਨ ਦੂਰ ਕਰਨ ਵਾਸਤੇ ਕਹਿਣ ਲੱਗਾ, ਇਹ ਜੰਝੂ ਪਾਉਣਾ ਜੋ ਖੱਤਰੀ ਧਰਮ ਦੀ ਪੁਰਾਤਨ ਮਰਿਆਦਾ ਹੈ ਉਹ ਤੁਹਾਨੂੰ ਮੈਂ ਪਾਉਣ ਲੱਗਾ ਹਾਂ। ਜਦ ਤੱਕ ਇਹ ਰੀਤੀ ਧਾਰਨ ਨਾ ਕਰ ਲਈ ਜਾਵੇ ਤਦ ਤੱਕ ਕੋਈ ਖੱਤਰੀ ਧਰਮ ਦਾ ਪੁਰਸ਼ ਚੌਂਕੇ ਚੜ੍ਹਨ ਦਾ ਅਧਿਕਾਰੀ ਨਹੀਂ ਹੁੰਦਾ। ਇਸ ਤੋਂ ਬਿਨਾਂ ਖੱਤਰੀ ਅਤੇ ਬ੍ਰਾਹਮਣ ਦਾ ਧਰਮ ਨਹੀਂ ਰਹਿੰਦਾ। ਬਸ ਇਸ ਦੇ ਪਾਉਣ ਵਿੱਚ ਇਹੀ ਵਿਸ਼ੇਸ਼ਤਾ ਹੈ ਕਿ ਜਦ ਤੱਕ ਇਸ ਨੂੰ ਗਲ ਨਾ ਪਾਇਆ ਜਾਵੇ ਕੋਈ ਬ੍ਰਾਹਮਣ ਖੱਤਰੀ ਆਪਣੇ ਧਰਮ ਵਿੱਚ ਨਹੀਂ ਹੁੰਦਾ। ਪ੍ਰੋਹਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪ੍ਰੋਹਤ ਜੀ, ਖੱਤਰੀ ਬ੍ਰਾਹਮਣ ਦਾ ਧਰਮ ਇਹ ਸੂਤ ਦਾ ਧਾਗਾ ਗਲ ਪਾਇਆ ਹੀ ਰਹਿੰਦਾ ਹੈ ਜਾਂ ਨੇਕ ਕਰਮ ਕਰਨ ਨਾਲ ਰਹਿੰਦਾ ਹੈ। ਜੇ ਕੋਈ ਇਹ ਸੂਤ ਦਾ ਧਾਗਾ ਗਲ ਪਾ ਕੇ ਖੋਟੇ ਕਰਮ ਕਰਦਾ ਹੈ, ਧਨ ਕਮਾਉਣ ਵਾਸਤੇ ਜ਼ੁਲਮ ਕਰਦਾ ਹੈ ਤੇ ਧਰੋਹ ਕਰਦਾ ਹੈ, ਝੂਠ, ਚੁਗਲੀ ਤੇ ਦੁਸ਼ਟਾਂ ਵਾਲੇ ਕਰਮ ਕਰਦਾ ਹੈ, ਉਹ ਬ੍ਰਾਹਮਣਾ ਜਾਂ ਖੱਤਰੀ ਚੰਡਾਲ ਹੈ। ਉਹ ਜਦ ਅੱਗੇ ਜਾ ਕੇ ਜਮਾ ਦੀ ਮਾਰ ਖਾਏਗਾ ਤਾਂ ਜਨੇਊ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕੇਗਾ। ਇੱਥੇ ਕੀਤੇ ਪਾਪਾਂ ਦੇ ਬਦਲੇ ਉਸ ਨੂੰ ਨਰਕ ਭੋਗਣਾ ਪਵੇਗਾ। ਗੁਰੂ ਜੀ ਦੇ ਇਹ ਬਚਨ ਸੁਣ ਕੇ ਜਿੰਨੇ ਵੀ ਬ੍ਰਾਹਮਣ ਉੱਥੇ ਬੈਠੇ ਸਨ ਸਾਰੇ ਹੀ ਇਉਂ ਚੁੱਪ ਹੋ ਗਏ ਜਿਵੇਂ ਕੋਈ ਬੋਲਣਾ ਹੀ ਨਹੀਂ ਜਾਣਦਾ। ਫਿਰ ਪੰਡਤ ਹਰਦਿਆਲ ਨੇ ਪੁੱਛਿਆ, ਕਾਕਾ ਜੀ, ਤੁਸੀਂ ਹੀ ਦੱਸੋ ਉਹ ਕਿਹੜਾ ਜੰਝੂ ਹੈ ਜਿਸ ਦੇ ਪਾਉਣ ਨਾਲ ਪੁਰਸ਼ ਨੂੰ ਜਮ ਕੁਝ ਨਹੀਂ ਕਹਿੰਦੇ ਤੇ ਨਰਕ ਨਹੀਂ ਭੋਗਣਾ ਪੈਂਦਾ। ਸਤਿਗੁਰੂ ਜੀ ਨੇ ਦੱਸਿਆ, ਸ਼ਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਪਾਡੇ ਘਤ, ਨਾ ਇਹ ਟੁੱਟੇ ਨਾ ਮਲ ਲੱਗੈ, ਨਾ ਇਹ ਜਲੇ ਨ ਜਾਏ, ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਅਰਥਾਤ, ਦਇਆ ਦੀ ਕਪਾਹ, ਸੰਤੋਖ ਦਾ ਸੂਤ, ਜਤ ਦੀਆਂ ਗੰਢਾਂ ਤੇ ਸੱਤ ਦਾ ਵਟ ਜਿਸ ਨੂੰ ਚੜਿਆ, ਇਹ ਜਨੇਊ ਜੇ ਤੁਹਾਡੇ ਪਾਸ ਹੈ ਤਾਂ ਉਹ ਮੇਰੇ ਗਲ ਪਾਓ। ਐਸਾ ਜਨੇਊ ਨਾ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਨਾ ਸੜਦਾ ਹੈ ਅਤੇ ਨਾ ਕਿਤੇ ਗਵਾਚਦਾ ਹੈ। ਐਸੇ ਪਵਿੱਤਰ ਅਤੇ ਸਦਾ ਰਹਿਣ ਵਾਲੇ ਜਨੇਊ ਨੂੰ ਜੋ ਪੁਰਸ਼ ਪਾ ਕੇ ਚੱਲਦੇ ਹਨ ਉਹ ਧਨ ਹਨ। ਆਪ ਜੀ ਦੇ ਇਹ ਬਚਨ ਸੁਣ ਕੇ ਹੋਰ ਦੂਜੇ ਬ੍ਰਾਹਮਣ ਬੋਲੇ ਕਿ ਹੇ ਬਾਲਕ, ਇਹ ਸੂਤਰ ਦਾ ਜਗਿਓ ਪਵੀਤ ਜਿਹੜਾ ਅਸੀਂ ਤੈਨੂੰ ਪਾਉਣ ਲੱਗੇ ਹਾਂ ਇਹ ਵੇਦ ਧਰਮ ਵਿੱਚ ਪਵਿੱਤਰ ਮੰਨਿਆ ਗਿਆ ਹੈ। ਖੱਤਰੀਆਂ ਬ੍ਰਾਹਮਣਾਂ ਦਾ ਇਹ ਮੁੱਢ ਤੋਂ ਹੀ ਪਵਿੱਤਰ ਸ਼੍ਰੇਸ਼ਟ ਧਰਮ ਕਥਨ ਕੀਤਾ ਜਾਂਦਾ ਹੈ। ਆਦਿ ਬ੍ਰਹਮਾ ਤੋਂ ਇਹ ਚੱਲਿਆ ਆਉਂਦਾ ਹੈ।
ਜੇ ਇਸ ਨੂੰ ਸਨਕ ਸਨੰਦਨਾ ਸਭ ਨੇ ਪਹਿਨਿਆ ਹੈ। ਜੇ ਇਹ ਕੋਈ ਨਵੀਂ ਰੀਤੀ ਚਲਾਈ ਹੈ ਤਾਂ ਬੇਸ਼ੱਕ ਤੁਸੀਂ ਇਸ ਨੂੰ ਨਾ ਪਹਿਨੋ। ਤੁਹਾਨੂੰ ਪਿਤਾ ਪੁਰਖੀ ਹੀ ਕਰਨੀ ਚਾਹੀਦੀ ਹੈ, ਤੁਸੀਂ ਇਹ ਨਵੀਂ ਗੱਲ ਨਾ ਕਰੋ। ਪੰਡਤਾਂ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਝੜ ਪਿਆ ਵੇਤਗਾ ਗਿਆ। ਅਰਥਾਤ ਪੰਡਤ ਜੀ, ਇਹ ਜਨੇਊ ਤੁਸੀਂ 4 ਕੌਡਾਂ ਦਾ ਮੁੱਲ ਲਿਆਉਂਦੇ ਹੋ ਅਤੇ ਚੌਂਕ ਪੂਰ ਕੇ ਉਸ ਵਿੱਚ ਬੈਠ ਕੇ ਪੁਰਸ਼ ਦੇ ਗਲ ਪਾਉਂਦੇ ਹੋ। ਫਿਰ ਉਪਦੇਸ਼ ਦਿੰਦੇ ਹੋ ਕਿ ਬ੍ਰਾਹਮਣ ਤੇਰਾ ਗੁਰੂ ਹੈ, ਪਰ ਜਦ ਉਹ ਪੁਰਸ਼ ਮਰ ਜਾਂਦਾ ਹੈ ਅਤੇ ਜੰਝੂ ਵੀ ਨਾਲ ਹੀ ਸੜ ਜਾਂਦਾ ਹੈ ਤੇ ਅੱਗੇ ਦਰਗਾਹ ਵਿੱਚ ਉਹ ਜੰਝੂ ਤੋਂ ਬਿਨਾਂ ਹੀ ਜਾਂਦਾ ਹੈ, ਤਾਂ ਅੱਗੇ ਫਿਰ ਇਹ ਜੰਝੂ ਦਰਗਾਹ ਵਿੱਚ ਕਿਵੇਂ ਸਹਾਇਤਾ ਕਰੇਗਾ? ਪੰਡਤ ਜੀ, ਜੇ ਇਸ ਨੇ ਅੱਗੇ ਜਾ ਕੇ ਕੋਈ ਸਹਾਇਤਾ ਨਹੀਂ ਕਰਨੀ, ਜਗਤ ਦੇ ਦਿਖਾਵੇ ਵਾਸਤੇ ਉਸ ਨੂੰ ਪਾਉਣ ਦਾ ਲਾਭ ਕੀ ਹੈ? ਮੇਰਾ ਸੰਸਾਰ ਨਾਲ ਕੋਈ ਕੰਮ ਨਹੀਂ ਹੈ, ਫਿਰ ਮੈਂ ਉਸ ਦੀ ਲਾਜ ਮਨ ਵਿੱਚ ਕਿਉਂ ਲਿਆਵਾਂ? ਜਦ ਇਸ ਜੀਵ ਨੂੰ ਇਸ ਦੇ ਅਮਲਾਂ ਬਦਲੇ ਜਾਂ ਫੜ ਕੇ ਮਾਰਨਗੇ ਤਾਂ ਉੱਥੇ ਜੰਝੂ ਨੇ ਸਹਾਇਤਾ ਨਹੀਂ ਕਰਨੀ, ਨਾਮ ਹੀ ਇਸ ਦੀ ਸਹਾਇਤਾ ਕਰੇਗਾ। ਇਸ ਵਾਸਤੇ ਪ੍ਰਮਾਤਮਾ ਦਾ ਸਤਨਾਮ ਹੀ ਜਪਣਾ ਚਾਹੀਏ, ਜਿਸ ਨਾਲ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ। ਜੋ ਸਤਨਾਮ ਦੋਹਾਂ ਲੋਕਾਂ ਲੋਕ ਪਰਲੋਕ ਵਿੱਚ ਨਾਲ ਹੀ ਰਹਿੰਦਾ ਹੈ, ਉਸ ਨੂੰ ਸਦਾ ਜਪੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬ੍ਰਾਹਮਣਾ ਤਾਂ ਸਾਰੇ ਚੁੱਪ ਕਰ ਗਏ। ਫਿਰ ਮਹਿਤਾ ਕਾਲੂ ਦੇ ਸੰਬੰਧੀ ਜੋ ਇਸ ਸਮੇਂ ਪਾਸ ਬੈਠੇ ਸਨ ਬੋਲੇ, ਸੁਣੋ ਨਾਨਕ ਜੀ, ਤੁਹਾਡੀ ਗੱਲ ਤਾਂ ਸੱਚੀ ਹੈ, ਪਰ ਜੇਕਰ ਤੁਸੀਂ ਇਸ ਸਮੇਂ ਜੰਝੂ ਨਹੀਂ ਪਾਓਗੇ ਤਾਂ ਤੁਹਾਡੇ ਪਿਤਾ ਜੀ ਦਾ ਇਸ ਕਾਰਜ ਵਾਸਤੇ ਕੀਤਾ ਹੋਇਆ ਸਾਰਾ ਖਰਚ ਬੇਅਰਥ ਹੀ ਜਾਏਗਾ। ਫਿਰ ਇਹ ਪੰਡਤ ਤੇ ਸੰਬੰਧੀ ਵੀ ਸਾਰੇ ਨਿਰਾਸ਼ ਹੋ ਜਾਣਗੇ। ਤੁਸੀਂ ਇਹਨਾਂ ਦੀ ਪ੍ਰਸੰਨਤਾ ਵਾਸਤੇ ਹੀ ਇੱਕ ਵਾਰ ਜੰਝੂ ਪਹਿਨ ਲਵੋ, ਫਿਰ ਜਿਵੇਂ ਮਰਜ਼ੀ ਹੋਵੇ ਕਰ ਲੈਣਾ। ਸੰਬੰਧੀਆਂ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਬੋਲੇ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ, ਤਗ ਕਪਾਹ ਕੱਤੀਏ ਬਾਹਮਣ ਵੱਟੇ ਆਏ, ਕਹੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਅਰਥਾਤ ਲੱਖਾਂ ਚੋਰੀਆਂ, ਯਾਰੀਆਂ, ਲੱਖਾਂ ਝੂਠੀਆਂ ਗੱਲਾਂ ਤੇ ਲੱਖਾਂ ਹੋਰ ਬੁਰੀਆਂ ਗੱਲਾਂ, ਲੱਖਾਂ ਠੱਗੀਆਂ ਅਤੇ ਬੇਈਮਾਨੀਆਂ ਰਾਤ ਦਿਨ ਇਹ ਜਿਸ ਜੀਵ ਦੇ ਨਾਲ ਰਹਿੰਦੀਆਂ ਹਨ, ਉਸ ਨੂੰ ਜੇ ਕਪਾਹ ਦੇ ਬਣੇ ਹੋਏ ਸੂਤ ਦਾ ਧਾਗਾ ਵੱਟ ਕੇ ਪਾ ਦਈਏ ਅਤੇ ਬੱਕਰਾ ਮਾਰ ਕੇ ਰਿੰਨ ਕੇ ਖਾ ਕੇ ਸਾਰੇ ਸੰਬੰਧੀਆਂ ਵਿੱਚ ਪ੍ਰਗਟ ਕਰ ਦਈਏ ਕਿ ਜਨੇਊ ਪਾ ਦਿੱਤਾ ਹੈ, ਫਿਰ ਐਸਾ ਪਾਇਆ ਹੋਇਆ ਜੰਝੂ ਜਦ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਈਦਾ ਹੈ ਅਤੇ ਨਵਾਂ ਹੋਰ ਪਾ ਲਈਦਾ ਹੈ। ਪਰ ਜੇ ਪਹਿਲਾ ਜਨੇਊ ਇਸ ਵਿਧੀ ਨਾਲ ਪਾਇਆ ਹੋਇਆ ਹੀ ਸ਼ਕਤੀਵਾਨ ਹੁੰਦਾ ਤਾਂ ਕਦੀ ਨਾ ਟੁੱਟਦਾ, ਇੱਕ ਸਾਰ ਹੀ ਰਹਿੰਦਾ। ਇਸ ਕਰਕੇ ਮੈਨੂੰ ਐਸੇ ਜੰਝੂ ਦੇ ਪਹਿਨਣ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਪਾਸ ਐਸਾ ਜੰਝੂ ਹੈ ਜਿਹੜਾ ਕਦੀ ਨਾ ਟੁੱਟੇ ਤਾਂ ਉਹ ਮੇਰੇ ਗਲ ਪਾ ਦਿਓ। ਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਡਤ ਹਰਦਿਆਲ ਨੇ ਬੇਨਤੀ ਕੀਤੀ ਕਿ ਉਹ ਕਿਹੜਾ ਜੰਝੂ ਹੈ ਜਿਹੜਾ ਕਦੀ ਨਹੀਂ ਟੁੱਟਦਾ ਤੇ ਸਦਾ ਹੀ ਜੀਵ ਦੇ ਨਾਲ ਰਹਿੰਦਾ ਹੈ। ਸਤਿਗੁਰੂ ਜੀ ਨੇ ਉਚਾਰਨ ਕੀਤਾ, ਨਾਏ ਮੰਨੀਏ ਪਤ ਉਪਜੇ ਸਾਲਾਹੀ ਸੱਚ ਸੂਤ, ਦਰਗਾਹ ਹੈ ਅੰਦਰ ਪਾਈਏ ਤਗ ਨਾ ਟੁੱਟ ਸਪੂਤ। ਅਰਥਾਤ ਪਰਮੇਸ਼ਰ ਦਾ ਨਾਮ ਮੰਨਣ ਨਾਲ ਕਪਾਹ ਪੈਦਾ ਹੁੰਦੀ ਹੈ ਅਤੇ ਸਿਫਤ ਕਰਨ ਨਾਲ ਉਸ ਤੋਂ ਸੱਚਾ ਧਾਗਾ ਬਣਦਾ ਹੈ। ਇਸ ਧਾਗੇ ਦਾ ਜਨੇਊ ਜੇਕਰ ਗਲ ਵਿੱਚ ਪਾਈਏ ਤਾਂ ਇਹ ਪਵਿੱਤਰ ਜਨੇਊ ਕਦੀ ਨਹੀਂ ਟੁੱਟਦਾ, ਜੀਵ ਦੇ ਨਾਲ ਹੀ ਰਹਿੰਦਾ ਹੈ। ਪੰਡਤ ਹਰਦਿਆਲ ਨੇ ਜਦ ਇਸ ਉਪਦੇਸ਼ ਨੂੰ ਸੁਣਿਆ ਤਾਂ ਉਸ ਨੇ ਕਿਹਾ, ਆਪ ਧੰਨ ਹੋ, ਆਪਣੀ ਗਤੀ ਤੁਸੀਂ ਆਪ ਹੀ ਜਾਣਦੇ ਹੋ, ਤੁਹਾਡੀ ਮਹਿਮਾ ਹੋਰ ਕੋਈ ਨਹੀਂ ਜਾਣਦਾ। ਜਦ ਇਸ ਤਰ੍ਹਾਂ ਦਾ ਵਿਚਾਰ ਵਟਾਂਦਰੇ ਹੋ ਗਏ ਤਾਂ ਸਾਰੇ ਭੋਜਨ ਛਕ ਕੇ ਗੁਰੂ ਜੀ ਦੀ ਉਪਮਾ ਕਰਦੇ ਹੋਏ ਆਪਣੇ ਘਰ ਅਸਥਾਨਾਂ ਨੂੰ ਚਲੇ ਗਏ। ਜੀਆਂ ਚਾਰਣੀਆਂ ਹਰੀ ਖੇਤੀ ਦਾ ਕੌਤਕ ਕਰਨਾ। ਭਾਈ ਬਾਲੇ ਨੇ ਕਿਹਾ, ਗੁਰੂ ਜੀ, ਇਸ ਤੋਂ ਉਪਰੰਤ ਗੁਰੂ ਜੀ ਨੇ ਆਪਣਾ ਆਪ ਲੋਕਾਂ ਤੋਂ ਛੁਪਾਉਣ ਵਾਸਤੇ ਉਦਾਸੀਨ ਜਿਹੀ ਬਿਰਤੀ ਧਾਰਨ ਕਰ ਲਈ, ਜਿਸ ਤੋਂ ਲੋਕਾਂ ਨੂੰ ਆਪ ਜੀ ਦੀ ਵਡਿਆਈ ਮਹਿਮਾ ਦਾ ਪਤਾ ਨਾ ਲੱਗ ਸਕੇ। ਗੁਰੂ ਜੀ ਅੱਖਾਂ ਮੀਟ ਛੱਡਦੇ ਅਤੇ ਮੂੰਹ ਤੋਂ ਬਹੁਤਾ ਸਮਾਂ ਚੁੱਪ ਹੀ ਰਹਿੰਦੇ। ਹੋਰ ਸਾਰੇ ਕਾਰ ਵਿਹਾਰ, ਖਾਣਾ ਪੀਣਾ ਆਦਿ ਵੀ ਸੁਭਾਵਿਕ ਹੀ ਜੇ ਹੋ ਜਾਵੇ ਤਾਂ ਹੋ ਜਾਵੇ, ਨਹੀਂ ਤਾਂ ਮਸਤ ਹੀ ਰਹਿੰਦੇ। ਆਪ ਜੀ ਦੀ ਇਸ ਦਸ਼ਾ ਨੂੰ ਵੇਖ ਕੇ ਇਸਤਰੀ ਪੁਰਸ਼ ਕਹਿਣ ਲੱਗ ਪਏ
ਕਿ ਮਹਿਤਾ ਕਾਲੂ ਦੇ ਪੁੱਤਰ ਦੀ ਮੱਤ ਪੁੱਠੀ ਹੋ ਗਈ ਹੈ। ਪਹਿਲਾਂ ਚੰਗੇ ਭਲੇ ਗੱਲਾਂ ਕਰਦੇ ਸਨ, ਹੁਣ ਚੁੱਪ ਵੱਟ ਲਈ ਹੈ। ਹੋ ਸਕਦਾ ਹੈ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਜਾਂ ਕਿਸੇ ਭੂਤ ਪ੍ਰੇਤ ਦਾ ਛਾਇਆ ਪੈ ਗਿਆ ਹੋਵੇ। ਜਦ ਇਸ ਤਰ੍ਹਾਂ ਲੋਕਾਂ ਨੂੰ ਗੱਲਾਂ ਕਰਦਿਆਂ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਪਿਆਰ ਨਾਲ ਆਪਣੀ ਗੋਦੀ ਵਿੱਚ ਲੈ ਕੇ ਸਿਰ ਮੂੰਹ ਚੁੰਮਿਆ ਅਤੇ ਗੁਰੂ ਜੀ ਦੀ ਚੁੱਪਚਾਪ ਤੇ ਮਸਤਾਨੀ ਦਸ਼ਾ ਨੂੰ ਵੇਖ ਕੇ ਵਿਚਾਰਿਆ ਕਿ ਬੁੱਧੀ ਕੰਮ ਕਰਨ ਨਾਲ ਹੀ ਚੁਸਤ ਹੁੰਦੀ ਹੈ। ਇਹ ਦਸ਼ਾ ਇਸ ਦੀ ਵਿਹਲੇ ਬੈਠਣ ਕਰਕੇ ਹੀ ਹੋਈ ਹੈ। ਇਸ ਵਾਸਤੇ ਇਸ ਨੂੰ ਥੋੜੇ ਬਹੁਤੇ ਕੰਮ ਕਰਨ ਵਿੱਚ ਲਾਉਣਾ ਚਾਹੀਦਾ ਹੈ, ਫਿਰ ਹੌਲੀ-ਹੌਲੀ ਆਪੇ ਠੀਕ ਹੋ ਜਾਏਗਾ। ਇਹ ਵਿਚਾਰ ਕੇ ਮਹਿਤਾ ਕਾਲੂ ਜੀ ਨੇ ਆਖਿਆ, ਪੁੱਤਰ ਜੀ, ਤੁਸੀਂ ਬਾਹਰ ਗਾਵਾਂ ਮੱਝਾਂ ਨੂੰ ਚਾਰ ਲਿਆਇਆ ਕਰੋ। ਤੁਸੀਂ ਇੱਕੋ ਇੱਕ ਸਾਡੇ ਘਰ ਪੁੱਤਰ ਹੋ। ਵਿਹਲੇ ਬੈਠਣ ਨਾਲ ਘਰ ਦਾ ਨਿਰਵਾਹ ਨਹੀਂ ਹੋ ਸਕਦਾ। ਆਪਣੇ ਮਨ ਪਰਚਾਵੇ ਵਾਸਤੇ ਕੋਈ ਕੰਮ ਕਰਨਾ ਚਾਹੀਦਾ ਹੈ। ਕੰਮ ਕਰਨ ਨਾਲ ਤੇਰਾ ਮਨ ਵੀ ਪਰਚ ਜਾਵੇਗਾ ਤੇ ਗਾਈ ਮੱਝਾਂ ਵੀ ਬਾਹਰ ਚਰ ਕੇ ਰਾਜੀ ਰਹਿਣਗੀਆਂ। ਪਿਤਾ ਜੀ ਦੀਆਂ ਇਹ ਪ੍ਰੇਮ ਨਾਲ ਆਖੀਆਂ ਹੋਈਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕਿਹਾ, ਅੱਛਾ ਪਿਤਾ ਜੀ, ਸਵੇਰੇ ਗਾਈ ਮੱਝਾਂ ਬਾਹਰ ਚਾਰਨ ਵਾਸਤੇ ਲੈ ਜਾਵਾਂਗਾ। ਦੂਸਰੇ ਦਿਨ ਗੁਰੂ ਜੀ ਗਾਈ ਮੱਝਾਂ ਨੂੰ ਲੈ ਕੇ ਬਾਹਰ ਚਾਰਨ ਚਲੇ ਗਏ। ਸਾਰਾ ਦਿਨ ਪਸ਼ੂਆਂ ਨੂੰ ਚਾਰ ਕੇ ਸੰਧਿਆ ਸਮੇਂ ਉਹਨਾਂ ਨੂੰ ਘਰ ਲੈ ਆਏ। ਇਹ ਵੇਖ ਕੇ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਕੰਮ ਕਰਨ ਲੱਗ ਪਿਆ ਹੈ, ਹੌਲੀ-ਹੌਲੀ ਠੀਕ ਹੋ ਜਾਏਗਾ ਅਤੇ ਘਰ ਦੇ ਕੰਮਕਾਜ ਵਿੱਚ ਜੁਟ ਜਾਏਗਾ। ਦੂਸਰੇ ਦਿਨ ਫੇਰ ਸਵੇਰੇ ਹੀ ਗੁਰੂ ਜੀ ਗਾਈ ਮੱਝਾਂ ਖੋਲ ਕੇ ਬਾਹਰ ਖੇਤਾਂ ਵਿੱਚ ਲੈ ਗਏ। ਇੱਕ ਹਰਿਆ ਭਰਿਆ ਖੇਤ ਵੇਖ ਕੇ ਉਸ ਵਿੱਚ ਉਹਨਾਂ ਨੂੰ ਚਰਨ ਵਾਸਤੇ ਛੱਡ ਦਿੱਤਾ ਅਤੇ ਆਪ ਇੱਕ ਪਾਸੇ ਹੋ ਕੇ ਸੌਂ ਗਏ। ਜਦ ਗਾਵਾਂ ਮੱਝਾਂ ਨੇ ਖੇਤ ਰੱਜ ਕੇ ਚਰ ਲਿਆ ਤਾਂ ਕੁਝ ਸਮੇਂ ਉਪਰੰਤ ਉਸ ਖੇਤ ਦਾ ਮਾਲਕ ਵੀ ਆ ਗਿਆ। ਉਸ ਨੇ ਜਦ ਆਪਣਾ ਉਜੜਿਆ ਹੋਇਆ ਖੇਤ ਵੇਖਿਆ ਤਾਂ ਦੁਖੀ ਹੋ ਕੇ ਮਨ ਵਿੱਚ ਕਲਪਿਆ ਕਿ ਕਈਆਂ ਮੁਸੀਬਤਾਂ ਨਾਲ ਮੈਂ ਵਾਹਾ ਬੀਜ ਕੇ ਖੇਤ ਤਿਆਰ ਕੀਤਾ ਸੀ। ਇਹ ਕੇਸ ਨਿਰਦਈ ਨੇ ਪਸ਼ੂਆਂ ਨੂੰ ਚਾਰ ਕੇ ਉਜਾੜ ਦਿੱਤਾ ਹੈ। ਖੇਤ ਵਾਲੇ ਕਿਸਾਨ ਦੀਆਂ ਉੱਚੀਆਂ-ਉੱਚੀਆਂ ਗੱਲਾਂ ਸੁਣ ਕੇ ਗੁਰੂ ਜੀ ਜਾਗ ਪਏ ਅਤੇ ਉੱਠ ਕੇ ਝੱਟ ਗਾਵਾਂ ਮੱਝਾਂ ਨੂੰ ਖੇਤ ਵਿੱਚੋਂ ਬਾਹਰ ਕੱਢਣ ਲੱਗੇ। ਕਿਸਾਨ ਬੜਾ ਗੁੱਸੇ ਨਾਲ ਬੋਲਣ ਲੱਗਾ ਕਿ ਹੁਣ ਮੈਂ ਤੈਨੂੰ ਘਰ ਸੁੱਕਾ ਨਹੀਂ ਜਾਣ ਦਿਆਂਗਾ। ਤੂੰ ਮੇਰਾ ਸਾਰਾ ਖੇਤ ਉਜਾੜ ਕੇ ਬਰਬਾਦ ਕਰ ਦਿੱਤਾ ਹੈ। ਇਉਂ ਆਖ ਕੇ ਜ਼ਿਮੀਂਦਾਰ ਨੇ ਸਾਰੀਆਂ ਗਾਵਾਂ ਮੱਝਾਂ ਆਪਣੇ ਅੱਗੇ ਲਾ ਕੇ ਹਿੱਕ ਲਈਆਂ। ਗੁਰੂ ਜੀ ਨੇ ਭਾਵੇਂ ਬਹੁਤ ਆਖਿਆ ਤੇ ਸਮਝਾਇਆ ਕਿ ਜੋ ਕੁਝ ਭਾਗ ਵਿੱਚ ਹੋਵੇ ਉਹ ਅਵੱਸ਼ ਮਿਲ ਜਾਂਦਾ ਹੈ। ਤੂੰ ਕ੍ਰੋਧ ਵਿੱਚ ਨਾ ਆ, ਗਾਵਾਂ ਮੱਝਾਂ ਛੱਡ ਦੇ। ਪਰ ਗੁੱਸੇ ਵਿੱਚ ਆਏ ਹੋਏ ਜ਼ਿਮੀਂਦਾਰ ਨੇ ਗੁਰੂ ਜੀ ਦੀ ਕੋਈ ਗੱਲ ਨਾ ਸੁਣੀ ਤੇ ਗਾਵਾਂ ਮੱਝਾਂ ਨੂੰ ਰਾਏ ਬੁਲਾਰ ਦੀ ਕਚਹਿਰੀ ਵਿੱਚ ਲੈ ਆਇਆ। ਜ਼ਿਮੀਂਦਾਰ ਨੇ ਰਾਏ ਬੁਲਾਰ ਪਾਸ ਜਾकर ਪੁਕਾਰ ਕਰਕੇ ਆਖਿਆ ਕਿ ਰਾਏ ਜੀ, ਤੁਹਾਡੇ ਪਟਵਾਰੀ ਦੇ ਪੁੱਤਰ ਨੇ ਗਾਈ ਮੱਝੀ ਛੱਡ ਕੇ ਮੇਰਾ ਕਣਕ ਦਾ ਸਾਰਾ ਖੇਤ ਉਜਾੜ ਦਿੱਤਾ ਹੈ। ਮੇਰਾ ਨਿਆਂ ਕਰੋ। ਜੇ ਤੁਸੀਂ ਆਪਣੇ ਪਟਵਾਰੀ ਦਾ ਪੁੱਤਰ ਦਾ ਲਿਹਾਜ਼ ਕਰਕੇ ਮੇਰਾ ਨਿਆਂ ਨਹੀਂ ਕਰੋਗੇ ਤਾਂ ਤੁਹਾਡਾ ਸਾਰਾ ਪਿੰਡ ਹੀ ਉਜੜ ਜਾਏਗਾ। ਜੇ ਇਸ ਤਰ੍ਹਾਂ ਦੀ ਰਾਤ ਦਿਨ ਖੇਤੀਆਂ ਉਜੜਨ ਲੱਗੀਆਂ ਤਾਂ ਫਿਰ ਕਿਹੜਾ ਕਿਸਾਨ ਇੱਥੇ ਵਸਣਾ ਪਸੰਦ ਕਰੇਗਾ। ਜ਼ਿਮੀਂਦਾਰ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰਾਏ ਬੁਲਾਰ ਨੇ ਬੜੇ ਗੁੱਸੇ ਨਾਲ ਗੁਰੂ ਜੀ ਨੂੰ ਆਖਿਆ, ਉਹ ਮਤਵਾਲੇ ਬਾਲਕ, ਤੂੰ ਸਭ ਦਾ ਡਰ ਭੌ ਮਨ ਤੋਂ ਲਾਹ ਦਿੱਤਾ ਹੈ, ਜਿਸ ਕਰਕੇ ਲੋਕਾਂ ਦੇ ਖੇਤ ਨਿਡਰ ਹੋ ਕੇ ਉਜਾੜਦਾ ਹੈ। ਗੁਰੂ ਜੀ ਚੁੱਪ ਕਰ ਰਹੇ ਤੇ ਰਾਏ ਬੁਲਾਰ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੇ ਆਪਣੇ ਨੌਕਰ ਨੂੰ ਕਿਹਾ, ਜੇਕਰ ਇਹ ਬਾਲਕ ਮਸਤਾਨਾ ਹੈ ਤਾਂ ਇਸ ਦੇ ਪਿਤਾ ਨੂੰ ਛੇਤੀ ਸੱਦ ਕੇ ਲਿਆ, ਆ ਕੇ ਖੇਤ ਦਾ ਉਜਾੜਾ ਭਰੇ। ਨੌਕਰ ਨੇ ਮਹਿਤਾ ਕਾਲੂ ਜੀ ਨੂੰ ਉਸ ਦੇ ਘਰ ਜਾ ਕੇ ਆਖਿਆ, ਪਟਵਾਰੀ ਜੀ, ਛੇਤੀ ਉੱਠੋ, ਚੱਲੋ, ਆਪਣੇ ਬੱਚੇ ਦੀ ਕਰਤੂਤ ਵੇਖੋ। ਉਸ ਨੇ ਜੱਟ ਦਾ ਸਾਰਾ ਖੇਤ ਗਾਈ ਮੱਝੀ ਛੱਡ ਕੇ ਉਜਾੜ ਦਿੱਤਾ ਹੈ। ਜੱਟ ਨੇ ਗਾਈ ਮੱਝੀ ਰਾਏ ਪਾਸ ਲੈ ਆਂਦੀਆਂ ਹਨ ਅਤੇ ਖੇਤੀ ਦਾ ਹਰਜਾਨਾ ਮੰਗਦਾ ਹੈ। ਮਹਿਤਾ ਕਾਲੂ ਜੀ ਨੇ ਜਦ ਇਹ ਗੱਲ ਸੁਣੀ ਤਾਂ ਕਹਿਣ ਲੱਗੇ, ਇਸ ਪੁੱਤਰ ਨੇ ਸਾਨੂੰ ਕਦੀ ਸੁੱਖ ਨਹੀਂ ਦਿੱਤਾ, ਜਿੱਧਰੋਂ ਕਿੱਧਰੋਂ ਉਲਾਮੇ ਹੀ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਆ ਗਏ। ਰਾਏ ਬੁਲਾਰ ਨੇ ਕੁਝ ਸਖਤੀ ਨਾਲ ਕਿਹਾ, ਮਹਿਤਾ ਕਾਲੂ, ਤੈਨੂੰ ਕਿਸੇ ਦਾ ਡਰ ਨਹੀਂ? ਤੂੰ ਆਪਣੇ ਮਸਤਾਨੇ ਪੁੱਤਰ ਨੂੰ ਗਾਈ ਮੱਝੀ ਚਾਰਨ ਭੇਜ ਦਿੱਤਾ ਹੈ, ਜਿਸ ਨੇ ਇਸ ਜ਼ਿਮੀਂਦਾਰ ਦਾ ਸਾਰਾ ਖੇਤ ਹੀ ਉਜਾੜ ਦਿੱਤਾ ਹੈ। ਇਹ ਕਾਰ ਕਿੰਨਾ ਕੁ ਚਿਰ ਚੱਲ ਸਕੇਗੀ? ਇਸ ਜ਼ਿਮੀਂਦਾਰ ਦੀ ਖੇਤੀ ਦਾ ਨੁਕਸਾਨ ਪੂਰਾ ਕਰਕੇ ਆਪਣੀਆਂ ਗਾਈ ਮੱਝੀ ਲੈ ਜਾਓ। ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਬਿਗਨ ਨਾ ਖੇਤੀ ਮਹਿ ਕਿਛ ਕੀਨਾ, ਤੁਮ ਕਸ ਚਰੋ ਉਜਾਰ ਲੀਨਾ, ਇੱਕ ਨਾ ਖੇਤ ਕੋ ਪਾਤ ਨਿਪਾਤੇ, ਬਾਦ ਬਤਿਤ ਤੁਮ ਬੈਨ ਰਿਸਾਤੇ, ਜੇ ਕਿਰਖੀ ਖਾਈ ਮਹਿਕਨ ਤੇਨਾ, तो तुम लेह चरहु जो लेना, जे गवार तित बचन प्रतीतु,
सुन कर सियाने धरत न चीतू। अर्थात राय बुलार जी, जद खेती विच किसी ने कोई विगाड़ नहीं किया तद तुसी उजाड़ा किस तरह का भरना चाहते हो। खेत का एक पत्ता भी नहीं टुटा पर तुसी व्यर्थ ही गुस्से विच बोल रहे हो। जे साडियां गाई मੱਝੀ ने खेती खाधी होवे तां फिर तुसी जो हरजाना लेना चाहो लै लेना। सियाणे आदमी किसी गवार की गल उत्ते एवें ही एतबार नहीं कर लेंदे। जद गुरु जी ने इस तरह बचन कीते तां खेती के मालक ने कहा, राय बुलार जी, खेती का एक तीला भी साबित नहीं रहा। तुसी बेशक अपना आदमी भेज के पता मंगवा लवो, मैं तुहाडे पास झूठ नहीं आख रहा। इस तरह दोहां पासियां ਦੀਆਂ ਗੱਲਾਂ सुन के राय बुलार ने सच झूठ का निर्णय करन वास्ते अपना एक आदमी भेज दिता। उस ने राय बुलार नूं आके दस्सिया कि हजूर, मैं सारे खेत नूं 4 चफेरे तो वेख्या है, सारी खेती हरी भरी खड़ी है, उस दा कोई नुकसान नहीं होया, ना कोई उत्थे पशु का खुरा लगा है, ना ही कोई तीला टुटा है। यह जट एवें झूठी दुहाई दे रहा है, इस नूं इस दी सज़ा मिलनी चाहिदी है। यह गल सुन के खेती का मालक बड़ा हैरान होया अते खेती नूं वेखण वास्ते आप चलिया। खेती हरी भरी ठीक वेख के वह बड़ा हैरान होया अते उसदे मूँह विचों कोई गल ना निकली। वह चुप ही रह गया। वह यह सोचदा होया कि यह की कारण होया है, कुछ पता नहीं लगदा। बहुत शर्मिंदा होया अते चुप करके अपने घर नूं चलिया गया। राय बुलार भी मन विच पछताया कि उसने क्यों व्यर्थ ही इन्हां नूं कठोर बचन आखे। उपरंत मेहता कालू जी बड़ी प्रसन्नता नाल गुरु जी नूं घर लैके आ गए। इस तरह गुरु जी रोज़ गाई मੱਝੀ चारन वास्ते जंगल विच लै जांदे सन अते जे कोई खेत सुभाविक ही रस्ते विच अगे आ जांदा ते जे उस नूं गाई मੱਝੀ चरण लग जांदियां सन तां कोई उस नूं हटाउंदा नहीं सी। खेत अपने आप ही पिछों हरिया भरिया हो जांदा सी। मेहता कालू जी गाई मੱਝੀ नूं सौखा वेख के ते नानक जी नूं कारे लगा वेख के बड़े खुश रहिंदे सन। सप ने छाया करनी। भाई बाले ने कहा, गुरु अंगद साहब जी, इस तरह ही गुरु नानक देव जी रोज़ जंगल विच गाई मੱਝੀ चारदे सन। एक दिन विसाख महीने विच दोपहर समय गुरु जी गाई मੱਝੀ नूं एक थां बिठाल के पास ही एक वृक्ष थले चादर हेठ विछा के सौ गए। जद आप जी नूं 6 घड़ियां सुत्तियां बीत गईयां तां वृक्ष की छाया सूरज के ढलण नाल दूजे पासे हो गई। आप जी दे सोहणे मुखड़े उत्ते सूरज की धुप आ गई। धुप के कारण आप जी का मुख पसीने नाल भिज गया। गुरु जी की यह दशा विच गां दे दुੱਧ वर्गे चिट्टे कफनीर सप ने आप जी के मुख उत्ते अपना फन खिलार के छां कर दिती। उस समय देवनेत ही राय बुलार अपनी सैना सहित उधर आ गया। उसने दूरों वेख्या कि कोई धुप तो बचण वास्ते चिट्टा कपड़ा ताण के सुता होया है, पर जद उसने नेड़े आण के वेख्या कि एक चिट्टा फनीर सप एक बालक उत्ते अपना फन खिलार के बैठा होया है। राय बुलार ने मन विच सोचिया कि इस सप ने बालक नूं जरूर दस्सिया होवेगा कि बालक मर गया होवेगा, पर जे बालक जिउंदा होया तां फिर यह कोई अवतार होवेगा। बालक जिउंदा है कि मरिया, इस गल का पता करन वास्ते राय बुलार ने अपने एक नौकर नूं आख्या। जद नौकर घोड़ा तोड़ के अगे होया तां घोड़े दे पैरां दा खड़ाक सुण सप उत्थों ही अलोप हो गया अते गुरु जी उठ के बैठ गए। यह कौतक देख के राय बुलार बड़ा हैरान होया। उसने घोड़े तो उतर के सतगुरु जी नूं गलवकड़ी विच लै लिया अते प्यार नाल मूँह चुम्मिया। राय बुलार ने यह निश्चा करके कि यह कोई अवतार है बारंबार मन विच गुरु जी नूं नमस्कार कीती ते अगों तो सदा आप जी दे अनुसारी रहण दा प्रण कीता। उपरंत राय बुलार अपने साथियां नाल नगर नूं चला गया। घर आण के राय बुलार ने मेहता कालू जी नूं सद के सप दी छाया करन दा सारा हाल सुनाया ते आख्या कि इन्हां नूं पुत्र करके ना जानना, यह कोई अवतार हन। तेरे बड़े वड्डे भाग हन जिस दे घर एक अवतार ने जन्म लिया है। अज तो तू इन्हां नूं कोई माड़ी चंगी गल नहीं आखणी होवेगी। इन्हां वास्ते जिस चीज़ की लोड़ होवे वह मेरे पासों लै लिया करनी अते इन्हां नूं किसी चीज़ तो तंग ना रखना। राय बुलार पासों यह गल सुन के कालू जी बड़े खुश होए ते घर आण के सारी गल माता तृप्ता जी नूं भी सुनाई। इस गल की चर्चा तलवंडी के लोगों में फैल गई ते सारे लोग गुरु जी का बड़ा जस करन लग पे। इस तरह बसंत रुत बीत गई ते गरीखम जेठ हाड़ की रुत ने जोर पा दिता। गर्मी का बहुत जोर वध गया। पशु पंछी तथा नर नारी गर्मी नाल बड़े अकुला गए।
ਸਤਿਗੁਰੂ ਜੀ ਸੰਧਿਆ ਸਮੇਂ ਗਾਈ ਮੱਝੀ ਚਾਰ ਕੇ ਘਰ ਆਉਂਦੇ ਤਾਂ ਮਾਤਾ ਤ੍ਰਿਪਤਾ ਜੀ ਆਪ ਜੀ ਦੇ ਗਰਮੀ ਨਾਲ ਕੁਮਲਾਏ ਹੋਏ ਚਿਹਰੇ ਨੂੰ ਬੜੇ ਪਿਆਰ ਨਾਲ ਸਾਫ਼ ਕਰਦੇ ਅਤੇ ਪਿਆਰ ਕਰਕੇ ਛਾਤੀ ਨਾਲ ਲਾਉਂਦੇ। ਇੱਕ ਦਿਨ ਸੰਧਿਆ ਸਮੇਂ ਜਦ ਮਹਿਤਾ ਕਾਲੂ ਜੀ ਘਰ ਆਏ ਤਾਂ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਆਖਿਆ ਕਿ ਗਰਮੀ ਬਹੁਤ ਹੋ ਗਈ ਹੈ, ਵੇਖੋ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ ਹੈ, ਇਸ ਕਰਕੇ ਇਹਨਾਂ ਨੂੰ ਮਾਲ ਚਾਰਨ ਨਹੀਂ ਭੇਜਣਾ ਚਾਹੀਦਾ। ਸਾਡੇ ਘਰ ਇੱਕੋ ਇੱਕ ਪੁੱਤਰ ਹੈ, ਉਹ ਵੀ ਸਾਰਾ ਦਿਨ ਗਰਮੀ ਵਿੱਚ ਬਾਹਰ ਪਸ਼ੂ ਚਾਰਨ ਵਾਸਤੇ ਭੇਜ ਦਿੰਦੇ ਹੋ, ਹੁਣ ਇਹਨਾਂ ਨੂੰ ਮਾਲ ਚਾਰਨ ਨਾ ਭੇਜਣਾ। ਮਹਿਤਾ ਕਾਲੂ ਜੀ ਨੇ ਮਾਤਾ ਤ੍ਰਿਪਤਾ ਜੀ ਪਾਸੋਂ ਇਸ ਤਰ੍ਹਾਂ ਪੁੱਤਰ ਦੇ ਪ੍ਰੇਮ ਪਿਆਰ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਜੀ ਨੂੰ ਅੱਗੇ ਤੋਂ ਪਸ਼ੂ ਚਾਰਨ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਅਤੇ ਗੁਰੂ ਜੀ ਦੇ ਘਰ ਵਿੱਚ ਹੀ ਆਨੰਦ ਲੈਣ ਲੱਗੇ।